ਤੁਹਾਡੇ ਲਈ ਲੜੀਵਾਰ ਪੇਸ਼ ਕੀਤੀ ਜਾ ਰਹੀ ਹੈ ਕਿਤਾਬ ਪੰਜਾਬ ਦਾ ਲੋਕ ਇਤਿਹਾਸ। ਆਵਾਜ਼ ਮਨਪ੍ਰੀਤ ਸਹੋਤਾ। ਅੱਜ ਪੇਸ਼ ਹੈ ਡਾਕਟਰ ਮਨਜ਼ੂਰ ਏਜਾਜ਼ ਦੀ ਇਸ ਕਿਤਾਬ ਪੰਜਾਬ ਦਾ ਲੋਕ ਇਤਿਹਾਸ, ਪੀਪਲਜ਼ ਹਿਸਟਰੀ ਆਫ ਪੰਜਾਬ ਦਾ ਅਧਿਆਇ ਪਹਿਲਾ, ਪੰਜਾਬ ਦਾ ਇਤਿਹਾਸ ਲਿਖਣ ਦੇ ਮੁੱਢਲੇ ਮਸਲੇ। ਕਦੀਮ ਪੰਜਾਬ ਦੀ ਤਾਰੀਖ ਲਿਖਣ ਵਾਲੇ ਬਹੁਤੇ ਪੰਜਾਬ ਦੇ ਨਹੀਂ ਸਨ, ਤੇ ਜੇ ਕੋਈ ਹੋਵੇਗਾ ਵੀ ਤਾਂ ਉਸ ਦੀ 20ਵੀਂ ਸਦੀ ਦੇ ਪੰਜਾਬ ਬਾਰੇ ਬਹੁਤੀ ਵਾਕਫੀ ਨਹੀਂ ਸੀ। ਭਾਵੇਂ ਇਹ ਕੋਈ ਜ਼ਰੂਰੀ ਨਹੀਂ ਕਿ ਕਿਸੇ ਇਲਾਕੇ ਦੇ ਬੰਦੇ ਹੀ ਉੱਥੋਂ ਦੀ ਤਾਰੀਖ ਲਿਖ ਸਕਦੇ ਨੇ, ਪਰ ਜੋ ਵੀ ਲਿਖੇ ਉਸ ਨੂੰ ਪੁਰਾਣੀ ਕਹਾਣੀ ਨੂੰ ਬਿਆਨ ਕਰਨ ਲਈ ਘੱਟੋ ਘੱਟ ਆਪਣੇ ਵੇਲੇ ਵਿੱਚ ਉਸ ਇਲਾਕੇ ਵਿਚਲੇ ਪੁਰਾਣੀ ਰਹਿਤਲ ਦੇ ਨਿਸ਼ਾਨ ਜ਼ਰੂਰ ਵੇਖਣੇ ਚਾਹੀਦੇ ਨੇ। ਮਿਸਾਲ ਦੇ ਤੌਰ ਤੇ ਇਹ ਵੇਖਿਆ ਜਾਣਾ ਚਾਹੀਦਾ ਸੀ ਕਿ 20ਵੀਂ ਸਦੀ ਤਾਈਂ ਆਉਂਦਿਆਂ ਵਾਹੀ ਦੇ ਰੱਛਾਂ ਵਿੱਚ ਕੋਈ ਬਦਲੀ ਹੋਈ ਜਾਂ ਨਹੀਂ। ਲੋਕਾਂ ਦੇ ਰਹਿਣ ਸਹਿਣ, ਮਕਾਨ ਬਣਾਉਣ, ਖਾਣ ਪੀਣ, ਮਰਨ ਜਿਉਣ ਤੇ ਵਿਆਹ ਦੀਆਂ ਰਸਮਾਂ ਤੋਂ ਕਦੀਮ ਤਾਰੀਖ ਦੀ ਕਹਾਣੀ ਜੋੜਨ ਵਿੱਚ ਮਦਦ ਮਿਲ ਸਕਦੀ ਹੈ ਜਾਂ ਨਹੀਂ। ਇਸੇ ਤਰ੍ਹਾਂ ਇਸ ਤੇ ਵੀ ਗੌਰ ਹੋਣਾ ਚਾਹੀਦਾ ਸੀ ਕਿ ਪੰਜਾਬ ਦੀ ਤਬਕਾਤੀ ਤੇ ਨਸਲੀ ਬਣਤਰ ਕਿਸ ਤਰ੍ਹਾਂ ਦੀ ਹੈ। ਅਸੀਂ ਇੱਥੇ ਥੋੜ੍ਹੀਆਂ ਜਿਹੀਆਂ ਗੱਲਾਂ ਦੱਸਨੇ ਆ ਜਿਨ੍ਹਾਂ ਨੂੰ ਸਮਝਣਾ ਪੁਰਾਣੇ ਪੰਜਾਬ ਦਾ ਇਤਿਹਾਸ ਜੋੜਨ ਲਈ ਜ਼ਰੂਰੀ ਸੀ ਤੇ ਜ਼ਰੂਰੀ ਹੈ। ਪਹਿਲਾ, ਪੰਜਾਬ ਵਿੱਚ ਵਾਹੀ ਬੀਜੀ ਦੇ ਸੰਦਾਂ ਵਿੱਚ ਸਦੀਆਂ ਤੋਂ ਕੋਈ ਵੱਡੀ ਤਬਦੀਲੀ ਨਹੀਂ ਆਈ। ਹਲ ਤੇ ਉਹਦੇ ਫਾਲੇ ਲਈ ਵੇਦਾਂ ਵਿੱਚ ਇਹੋ ਲਫ਼ਜ਼ ਲਿਖੇ ਗਏ ਤੇ ਉਹਨਾਂ ਦੀ ਵਰਤੋਂ ਵੀ ਉਂਝ ਹੀ ਰਹੀ। ਵੇਦਾਂ ਤੋਂ ਮਗਰੋਂ ਪਾਣਨੀ, ਚੌਥੀ ਸਦੀ ਕਬਲ ਮਸੀਹ ਜਾਂ ਈਸਾ ਪੂਰਵ ਨੇ ਵੀ ਆਪਣੀ ਵਿਆਕਰਨ ਦੀ ਕਿਤਾਬ ਅਸ਼ਟਾਧਿਆਏ ਵਿੱਚ ਵਾਹੀ ਦੇ ਕੋਈ ਹੋਰ ਸੰਦ ਨਹੀਂ ਦੱਸੇ। ਦੂਜਾ, ਪੰਜਾਬ ਦੇ ਅੱਧੇ ਇਲਾਕੇ ਵਿੱਚ 20ਵੀਂ ਸਦੀ ਤਾਈਂ ਪਸ਼ੂ ਪਾਲ ਸਮਾਜ ਰਿਹਾ ਤੇ ਉਸ ਵਿੱਚ ਓਨਾ ਕੋਈ ਅੰਨ, ਜੌਂ, ਬਾਜਰਾ, ਚੀਨਾ, ਸਵਾਂਕ ਬੀਜਿਆ ਜਾਂਦਾ ਰਿਹਾ ਜਿੰਨਾ ਕਬਲ ਮਸੀਹ ਈਸਾ ਪੂਰਵ ਦੀ ਪਸ਼ੂ ਪਾਲ ਵਸੋਂ ਵਿੱਚ ਬੀਜਿਆ ਜਾਂਦਾ ਸੀ। ਬਹੁਤਿਆਂ ਲੋਕਾਂ ਦਾ ਗੁਜ਼ਾਰਾ ਜੰਗਲੀ ਫਲਾਂ ਤੇ ਜਾਨਵਰਾਂ ਦੇ ਦੁੱਧ ਤੇ ਗੋਸ਼ਤ ਤੇ ਹੀ ਰਿਹਾ। ਤੀਜਾ, ਪੰਜਾਬ ਵਿੱਚ ਗੰਧਾਰਾ ਵਸੋਂ, ਤਕਸ਼ਲਾ, ਸਵਾਤ ਵਗੈਰਾ ਪਹਿਲਾਂ ਅਗਾਂਹ ਵਧੂ ਪੈਦਾਵਾਰੀ ਢੰਗ ਤੇ ਵਿਚਾਰਧਾਰਾ ਦਾ ਮਰਕਜ਼ ਸੀ। ਵਪਾਰ ਲਈ ਬਣਨ ਵਾਲੀਆਂ ਸ਼ੈਆਂ ਜਿਵੇਂ ਕੰਬਲ ਵਗੈਰਾ ਵੀ ਸਨ ਤੇ ਇਲਮ ਵਧਾਉਣ ਵਾਲੇ ਅਦਾਰੇ ਵੀ ਸਨ। ਫੇਰ ਲੱਗਦਾ ਏ ਕਿ ਅਗੋਂ ਹੀ ਪੈਦਾਵਾਰ ਸਿਆਲਕੋਟ ਤੇ ਉਹਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਫੈਲ ਗਈ। ਰਾਜੇ ਕਨਿਸ਼ਕ ਦੇ ਵੇਲਿਆਂ ਵਿੱਚ, ਮਤਲਬ ਸਨ 127 ਤੋਂ 150 ਦੇ ਵੇਲਿਆਂ ਵਿੱਚ ਸਿਆਲਕੋਟ ਦੀ ਬੜੀ ਸ਼ਾਨ ਦੱਸੀ ਗਈ ਏ। ਚੌਥਾ, ਪੰਜਾਬ ਵਿੱਚ ਹਾਲ ਦੇ ਜ਼ਮਾਨੇ ਤੀਕਰ ਲੋਕੀ ਗਾਰੇ ਦੀਆਂ ਕੰਧਾਂ ਤੇ ਜੰਗਲੀ ਲੱਕੜੀਆਂ ਪਾ ਕੇ ਮਕਾਨ ਬਣਾਉਂਦੇ ਰਹੇ, ਜਿਨ੍ਹਾਂ ਦਾ ਇੱਕ ਬੂਹਾ ਹੁੰਦਾ ਸੀ ਤੇ ਕੋਈ ਬਾਰੀ ਨਹੀਂ ਸੀ ਹੁੰਦੀ। ਜਾਨਵਰਾਂ ਲਈ ਜੰਗਲ ਦੇ ਘਾਹ ਬੂਟੇ ਨਾਲ ਛੱਪਰ ਤੇ ਢਾਰੇ ਬਣਦੇ ਰਹੇ। ਘਰਾਂ ਵਿੱਚ ਸੀਵਰੇਜ ਦਾ ਭੋਰਾ ਜਿੰਨਾ ਵੀ ਤਸੱਵਰ ਨਹੀਂ ਸੀ ਤੇ ਪਿਸ਼ਾਬ ਕਰਨ ਤੇ ਔਰਤਾਂ ਦੇ ਨਹਾਉਣ ਲਈ ਖੁਰੇ ਵੀ ਉੱਥੇ ਹੀ ਬਣਾ ਦਿੱਤੇ ਜਾਂਦੇ ਜਿੱਥੇ ਪਾਣੀ ਦੇ ਘੜੇ ਰੱਖੇ ਹੁੰਦੇ। ਇਹ ਸਾਰਾ ਕੁਝ ਉਸ ਤੋਂ ਵੀ ਪੁਰਾਣਾ ਏ ਜਿਹੜਾ ਸਾਨੂੰ ਹੜੱਪਾ ਤੇ ਮੋਹਿੰਜਾਦੜੋ ਦੇ ਖੰਡਰਾਂ ਵਿੱਚੋਂ ਮਿਲਿਆ। ਇਸ ਦਾ ਮਤਲਬ ਇਹ ਵੇ ਕਿ ਹੜੱਪੇ ਵਸੇਬ ਦੇ ਆਲੇ ਦੁਆਲੇ ਬਣੀਆਂ ਪੇਂਡੂ ਬਸਤੀਆਂ ਉਸ ਜ਼ਮਾਨੇ ਤੋਂ ਉਂਝ ਹੀ ਸਨ ਤੇ ਉਂਝ ਹੀ ਹਨ। ਇਸ ਲਈ ਅੱਜ ਦਾ ਇਤਿਹਾਸ ਲਿਖਣ ਵਾਲੇ ਨੂੰ ਹਿੰਦੂ ਮਜ਼ਹਬ ਦੀਆਂ ਨਜ਼ਮਾਂ ਦੇ ਨਾਲ-ਨਾਲ ਇਹ ਅਸਲੀ ਸ਼ੈਆਂ ਵੀ ਵੇਖਣੀਆਂ ਚਾਹੀਦੀਆਂ ਸਨ। ਪੰਜਵਾਂ, ਪੰਜਾਬ ਵਿੱਚ ਤਬਕਾਤੀ ਵੰਡ ਦੇ ਨਾਲ-ਨਾਲ ਨਸਲੀ ਵੰਡ ਵੀ ਸਾਫ਼-ਸਾਫ਼ ਦਿਸਦੀ ਏ। ਮਾਲਕੀ ਵਾਲੇ ਲੋਕ ਚਿੱਟੇ ਤੇ ਸਾਂਵਲੇ ਰੰਗਾਂ ਦੇ ਸਨ, ਜਦਕਿ ਬਹੁਤ ਥੱਲੇ ਦਿਆਂ ਤਬਕਿਆਂ ਤੇ ਸੱਥਾਂ ਦੇ ਰੰਗ ਕਾਲੇ ਤੇ ਨਕਸ਼ ਮੋਟੇ ਸਨ। ਇਹ ਜਨੂਬੀ ਹਿੰਦੁਸਤਾਨੀਆਂ, ਭਾਵ ਦੱਖਣੀ ਹਿੰਦੁਸਤਾਨੀਆਂ ਤੇ ਅਫਰੀਕੀਆਂ ਵਰਗੇ ਬਹੁਤੇ ਲੱਗਦੇ ਸਨ, ਮਾਲਕੀ ਤਬਕਿਆਂ ਦੀ ਤਰ੍ਹਾਂ ਬਹੁਤ ਘੱਟ। ਰੰਗ ਦੀ ਪੱਧਰ ਤੇ ਵੰਡੇ ਲੋਕਾਂ ਦੀ ਗਿਣਤੀ ਤੋਂ ਇਸ ਬਹਿਸ ਵਿੱਚ ਬੜੀ ਮਦਦ ਮਿਲ ਸਕਦੀ ਸੀ ਕਿ ਸ਼ਮਾਲ ਵੱਲੋਂ ਆਏ ਲੋਕਾਂ ਨੇ, ਭਾਵ ਉੱਤਰ ਵੱਲੋਂ ਆਏ ਲੋਕਾਂ ਨੇ ਮੁਕਾਮੀਆਂ ਤੇ ਕਬਜ਼ਾ ਕੀਤਾ ਜਾਂ ਨਹੀਂ। ਛੇਵਾਂ, ਮਰਨ, ਜੰਮਣ ਤੇ ਵਿਆਹ ਦੀਆਂ ਰਸਮਾਂ ਦੇ ਵੀ ਖਾਸ ਢੰਗ ਬਣੇ ਰਹੇ। ਜੰਮਣ, ਮਰਨ, ਸੂਤਕ ਤੇ ਵਿਆਹ ਦੀਆਂ ਰਸਮਾਂ ਵਿੱਚ ਧਾੜੇ ਵਰਗੇ ਨਾਟਕ ਤੋਂ ਵੀ ਬਹੁਤ ਕੁਝ ਪਤਾ ਲੱਗਦਾ ਸੀ। ਜੰਮਣ, ਮਰਨ ਤੇ ਸੂਤਕ ਦੀਆਂ ਰਸਮਾਂ ਪੱਥਰ ਦੇ ਜ਼ਮਾਨੇ ਦੀਆਂ ਨਜ਼ਰ ਆਉਂਦੀਆਂ ਨੇ ਤੇ ਵਿਆਹ ਤੇ ਧਾੜੇ ਜਿਹਾ ਨਾਟਕ ਇਹ ਦੱਸਦਾ ਹੈ ਕਿ ਆਰੀਆ ਮਰਦਾਂ ਨੇ ਮੁਕਾਮੀ ਔਰਤਾਂ ਨੂੰ ਧਾਵਾ ਬੋਲ ਕੇ ਚੁੱਕਿਆ ਸੀ। ਇਹਨਾਂ ਸਾਰਿਆਂ ਮੌਕਿਆਂ ਤੇ ਕਾਲੇ ਰੰਗ ਦੇ ਮੋਟੇ ਨਕਸ਼ਾਂ ਵਾਲੇ ਮਰਾਸੀਆਂ ਤੇ ਡੂਮਾ ਵਗੈਰਾ ਦਾ ਚੱਲਦਾ ਆਉਂਦਾ ਕਿਰਦਾਰ ਵੀ ਪੁਰਾਣੀ ਕਹਾਣੀ ਨੂੰ ਸਮਝਣ ਵਿੱਚ ਮਦਦ ਦੇ ਸਕਦਾ ਸੀ। ਅਸੀਂ ਪੰਜਾਬੀ ਸਮਾਜ ਦਿਆਂ ਨਾ ਵੇਖਿਆਂ ਪੱਖਾਂ ਦੇ ਹੋਰ ਦਰਜਨਾਂ ਰੂਪ ਦੱਸ ਸਕਨੇ ਹਾਂ, ਪਰ ਹੋਇਆ ਇਹ ਕਿ ਬਹੁਤੇ ਇਤਿਹਾਸਕਾਰ ਯੂਰਪ ਦੇ ਸਨ ਤੇ ਉਹਨਾਂ ਦੀ ਕਾਢ ਜਾਂ ਖੋਜ ਦਾ ਵਸੀਲਾ ਰਿਗਵੇਦ, ਮਹਾਭਾਰਤ, ਦੂਜੇ ਵੇਦ, ਉਪਨਿਸ਼ਦ ਤੇ ਪੁਰਾਣ ਸਨ। ਇਹ ਇਤਿਹਾਸ ਦੀਆਂ ਨਹੀਂ ਸਗੋਂ ਮਜ਼ਹਬੀ ਹਮਦਾਂ ਤੇ ਮਜ਼ਹਬੀ ਅਸੂਲਾਂ ਤੇ ਕਾਨੂੰਨਾਂ ਬਾਰੇ ਲਿਖੀਆਂ ਕਿਤਾਬਾਂ ਸਨ।
ਇਹਨਾਂ ਨਾਲ ਪਾਣਿਨੀ ਦੀ ਸੰਸਕ੍ਰਿਤ ਵਿਆਕਰਣ ਤੇ ਕੌਟਲਿਆ ਦੇ ਅਰਥ ਸ਼ਾਸਤਰ ਵਰਗੀਆਂ ਲਿਖਤਾਂ ਵੀ ਸ਼ਾਮਲ ਕੀਤੀਆਂ ਗਈਆਂ। ਇਹ ਦੋ ਲਿਖਾਰੀ ਸਨ ਤਾਂ ਤਕਸ਼ਲਾ ਪੰਜਾਬ ਦੇ, ਪਰ ਇਹ ਵੀ ਇਤਿਹਾਸ ਨਹੀਂ ਲਿਖ ਰਹੇ ਸਨ। ਇਹਨਾਂ ਸਾਰੀਆਂ ਕਿਤਾਬਾਂ ਤੋਂ ਪੁਰਾਣੇ ਪੰਜਾਬ ਦਾ ਇਤਿਹਾਸ ਜੋੜਨ ਵਿੱਚ ਮਦਦ ਤਾਂ ਮਿਲ ਸਕਦੀ ਸੀ, ਪਰ ਇਹਨਾਂ ਨੂੰ ਆਖਰੀ ਗ੍ਰੰਥ ਦੇ ਤੌਰ ਤੇ ਨਹੀਂ ਲਿਆ ਜਾ ਸਕਦਾ ਸੀ। ਇਹਨਾਂ ਵਿੱਚੋਂ ਕਈ ਲਿਖਤਾਂ ਤਾਂ ਸਦੀਆਂ ਵਿੱਚ ਲਿਖੀਆਂ ਗਈਆਂ ਸਨ ਤੇ ਇਹਨਾਂ ਵਿੱਚ ਬਾਅਦ ਦੇ ਆਉਣ ਵਾਲੇ ਆਪਣੀ ਲੋੜ ਤੇ ਮਰਜ਼ੀ ਦੇ ਵਿਚਾਰ ਰਲਾਉਂਦੇ ਰਹੇ ਸਨ। 60-70 ਸਾਲਾਂ ਵਿੱਚ ਹੀਰ ਵਾਰਸ ਵਰਗੀ ਲਿਖਤ ਵਿੱਚ ਹਜ਼ਾਰਾਂ ਭਰਤੀ ਦੇ ਬੰਦ ਰਲਾਏ ਗਏ ਤੇ ਪੁਰਾਣੀਆਂ ਹਿੰਦੁਸਤਾਨੀ ਲਿਖਤਾਂ ਵਿੱਚ ਤਾਂ ਬਹੁਤ ਹੀ ਕੁਝ ਰਲਾਇਆ ਗਿਆ ਹੋਵੇਗਾ, ਕਿਉਂਕਿ ਪੂਰੇ ਬ੍ਰਾਹਮਣਵਾਦ ਤੇ ਕਸ਼ਤਰੀਆਂ ਦੀ ਹਕੂਮਤ ਇਹਨਾਂ ਮਜ਼ਹਬੀ ਕਿਤਾਬਾਂ ਵਿੱਚ ਲਿਖੇ ਗਏ ਮੁਕੱਦਸ ਭਾਵ ਪਵਿੱਤਰ ਅਸੂਲਾਂ ਤੇ ਟਿਕੀ ਹੋਈ ਸੀ। ਇਹ ਅਸੀਂ ਜਾਣਦੇ ਹਾਂ ਕਿ ਕਦੀ-ਕਦੀ ਇੱਕ ਸਤਰ ਜਾਂ ਇੱਕ ਬੰਦ ਨਾਲ ਮੁੱਢਲੇ ਸੂਝਵਾਨ ਦੀ ਵਿਚਾਰਧਾਰਾ ਪੁੱਠੀ ਹੋ ਜਾਂਦੀ ਏ। ਹੀਰ ਵਿੱਚ ਇੱਕ ਬੜਾ ਗਾਇਆ ਜਾਣ ਵਾਲਾ ਬੰਦ, ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ, ਸਾਨੂੰ ਲੈ ਚੱਲੇ ਬਾਬਲਾ ਲੈ ਚੱਲੇ, ਸ਼ਾਮਲ ਕਰਕੇ ਵਾਰਸ ਸ਼ਾਹ ਦੀ ਨਾਬਰ ਹੀਰ ਨੂੰ ਪੁੱਠਾ ਕਰਕੇ 20ਵੀਂ ਸਦੀ ਦੀ ਇੱਕ ਆਮ ਡਰੂ ਜਿਹੀ ਕੁੜੀ ਬਣਾ ਦਿੱਤਾ ਗਿਆ। ਇਸੇ ਤਰ੍ਹਾਂ ਪੂਰੇ ਰਿਗਵੇਦ ਵਿੱਚ ਜ਼ਾਤਾਂ ਬਾਰੇ ਇੱਕ ਸੂਕਤ ਵਾੜ ਕੇ ਪੂਰੀ ਗੱਲ ਰੌਲੇ ਪਾ ਦਿੱਤੀ। ਇਸ ਸੂਕਤ ਵਿੱਚ ਕਿਹਾ ਗਿਆ ਹੈ ਕਿ ਬ੍ਰਹਮਾ ਦੇ ਮੂੰਹ ਤੋਂ ਬ੍ਰਾਹਮਣ, ਬਾਹਾਂ ਵਿੱਚੋਂ ਕਸ਼ਤਰੀ, ਧੜ ਵਿੱਚੋਂ ਵੈਸ਼ ਤੇ ਪੈਰਾਂ ਵਿੱਚੋਂ ਸ਼ੂਦਰ ਪੈਦਾ ਹੋਏ। ਇਹ ਸੂਕਤ ਵਾੜਨ ਵਾਲਿਆਂ ਦਾ ਸਿੱਧਾ ਮਕਸਦ ਇਹ ਸੀ ਕਿ ਜ਼ਾਤ-ਪਾਤ ਨੂੰ ਰਿਗਵੇਦ ਦੇ ਵੇਲਿਆਂ ਤੋਂ ਜਾਰੀ ਸਾਬਤ ਕੀਤਾ ਜਾਵੇ। ਬਹੁਤ ਸਾਰੇ ਵਿਦਵਾਨਾਂ ਦਾ ਮੰਨਣਾ ਹੈ ਕਿ ਰਿਗਵੇਦ ਦੇ ਜ਼ਮਾਨੇ ਵਿੱਚ ਅਜੇ ਜ਼ਾਤਾਂ ਦਾ ਪੱਕਾ ਠੱਕਾ ਨਿਜ਼ਾਮ ਨਹੀਂ ਬਣਿਆ ਸੀ। ਜ਼ਾਤਾਂ ਨੂੰ ਮੁੱਢ ਕਦੀਮ ਤੋਂ ਸਾਬਤ ਕਰਨ ਵਾਲੇ ਇਸ ਸੂਕਤ ਰਾਹੀਂ ਮੁਖਾਲਫਾਂ ਦਾ ਮੂੰਹ ਬੰਦ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ। ਭਾਵੇਂ ਲੋਹੇ ਦੀ ਵਰਤੋਂ ਤੋਂ ਪਹਿਲਾਂ ਬਹੁਤੀ ਵਸੋਂ ਪੰਜਾਬ ਦੇ ਇਲਾਕਿਆਂ ਵਿੱਚ ਹੀ ਸੀ, ਪਰ ਹਰ ਇਤਿਹਾਸਕਾਰ ਨੂੰ ਤੇ ਹਿੰਦੁਸਤਾਨ ਦਾ ਇਤਿਹਾਸ ਲਿਖਣ ਦਾ ਝੱਲ ਪਿਆ ਹੋਇਆ ਸੀ। ਇਸ ਲਈ ਉਹ ਪੰਜਾਬ ਦਿਆਂ ਹੋਇਆਂ ਵਰਤਿਆਂ ਨੂੰ ਧਿਆਨ ਨਾਲ ਫੋਲਣ ਦੀ ਥਾਂ ਟਪੂਸੀਆਂ ਮਾਰ ਕੇ ਦਵਾ ਛੱਟ ਮਗਧ ਤੇ ਗੰਗਾ ਜਮਨਾ ਦੀ ਵਾਦੀ ਵਿੱਚ ਪਹੁੰਚ ਜਾਂਦੇ ਸਨ। ਇਸ ਦੀ ਇੱਕ ਵੱਡੀ ਵਜ੍ਹਾ ਤਾਂ ਯੂਰਪੀਆਂ ਦੀਆਂ ਕਿਤਾਬੀ ਸ਼ਹਾਦਤਾਂ ਭਾਵ ਗਵਾਹੀਆਂ ਤੇ ਚੱਲਣ ਦੀ ਸਿਖਲਾਈ ਸੀ। ਉਹ ਲਿਖੀਆਂ ਹੋਈਆਂ ਪੁਸਤਕਾਂ ਨੂੰ ਲੋੜੋਂ ਵੱਧ ਠੋਕਵਾਂ ਮੰਨਦਿਆਂ ਸਮਾਜ ਦੇ ਠੋਸ ਪੱਖਾਂ ਨੂੰ ਘੱਟ ਵੇਖ ਰਹੇ ਸਨ। ਖੈਰ, ਅਸੀਂ ਇਸ ਦਾ ਸਾਰਾ ਭਾਰ ਉਹਨਾਂ ਤੇ ਨਹੀਂ ਪਾਉਣਾ ਚਾਹੁੰਦੇ, ਕਿਉਂਕਿ ਪੂਰੇ ਹੜੱਪੇ ਵਸੇਬ ਦੀਆਂ ਖੁਦਾਈਆਂ ਵੀ ਉਹਨਾਂ ਹੀ ਕੀਤੀਆਂ ਨੇ ਤੇ ਅਜੇ ਤੀਕ ਕਰ ਰਹੇ ਨੇ। ਮਹਿਰਗੜ੍ਹ ਦਾ ਪਤਾ ਨਿਸ਼ਾਨ ਵੀ ਫਰਾਂਸੀਸੀ ਕਾਢਿਆਂ ਨੇ ਹੀ 90 ਦੀ ਦਹਾਈ ਵਿੱਚ ਲਵਾਇਆ ਸੀ। ਹਿੰਦੁਸਤਾਨੀ ਕੌਮ ਪ੍ਰਸਤਾਂ ਦਾ ਪੂਰਾ ਜ਼ੋਰ ਪੂਰੇ ਬਰੇ ਸਗੀਰ ਨੂੰ ਇੱਕ ਕੌਮ ਸਾਬਤ ਕਰਨ ਦਾ ਸੀ। ਇਸ ਲਈ ਉਹਨਾਂ ਵੀ ਹਰ ਇਲਾਕੇ ਵਿੱਚੋਂ ਆਪਣੀ ਮਰਜ਼ੀ ਦੀਆਂ ਹੋਈਆਂ ਵਰਤੀਆਂ ਲੈ ਲਈਆਂ ਤੇ ਬਹੁਤ ਮੁੱਢਲਿਆਂ ਪੱਖਾਂ ਤੋਂ ਵਲਾ ਕੇ ਲੰਘ ਗਏ। ਬਹੁਤਿਆਂ ਪੰਜਾਬ ਨੂੰ ਰਿਗਵੇਦ ਦੇ ਜ਼ਮਾਨੇ ਤੀਕਰ ਹੀ ਪੜਚੋਲਿਆ ਤੇ ਉਸ ਤੋਂ ਅੱਗੇ ਵੱਲ ਧਿਆਨ ਨਹੀਂ ਦਿੱਤਾ। ਨਵੇਂ ਹਿੰਦੁਸਤਾਨੀ ਮਾਰਕਸਵਾਦੀ ਇਤਿਹਾਸਕਾਰਾਂ ਨੇ ਮੁੱਢਲੇ ਮਾਦੀ ਹਾਲਾਂ ਨੂੰ ਲੈ ਕੇ ਲਿਖਿਆ ਤਾਂ ਸਹੀ, ਪਰ ਉਹਨਾਂ ਵਿੱਚੋਂ ਬਹੁਤੇ ਗੰਗਾ ਜਮਨੀਵਾਦੀ ਦੇ ਸਨ ਤੇ ਉਹਨਾਂ ਨੂੰ ਚਾਲੂ ਪੰਜਾਬੀ ਸਮਾਜ ਦਿਆਂ ਬਹੁਤਿਆਂ ਪੱਖਾਂ ਦਾ ਇਲਮ ਹੀ ਨਹੀਂ ਸੀ। ਉਹਨਾਂ ਕਈ ਥਾਵਾਂ ਤੇ ਪੰਜਾਬ ਬਾਰੇ ਬੜੇ ਮੁੱਢਲੇ ਇਸ਼ਾਰੇ ਕੀਤੇ, ਪਰ ਬਹੁਤ ਕੁਝ ਕਰਨ ਵਾਲਾ ਨਹੀਂ ਹੋਇਆ। ਇਹਨਾਂ ਸਾਰਿਆਂ ਦਾ ਇੱਕ ਮਸਲਾ ਇਹ ਵੀ ਸੀ ਕਿ ਇਹਨਾਂ ਨੂੰ ਪੰਜਾਬੀ ਕਲਾਸੀਕਲ ਲਿਖਤਾਂ ਪੜ੍ਹਨੀਆਂ ਨਹੀਂ ਆਉਂਦੀਆਂ ਸਨ। ਇਹਨਾਂ ਵਿੱਚੋਂ ਰੋਮਿਲਾ ਥਾਪਰ ਲਾਹੌਰ ਦੀ ਪੰਜਾਬਣ ਜ਼ਰੂਰ ਸੀ, ਪਰ ਲੱਗਦਾ ਉਹਨਾਂ ਵੀ ਪੰਜਾਬੀ ਵਸੀਲਿਆਂ ਤੇ ਧਿਆਨ ਨਹੀਂ ਦਿੱਤਾ। ਹੜੱਪੇ ਵਸੇਬ ਦੀਆਂ ਮੁੱਢਲੀਆਂ ਥਾਵਾਂ ਪੰਜਾਬ ਤੇ ਸਿੰਧ ਦੀ ਲਫ਼ਜ਼ਾਲੀ ਜਾਂ ਸ਼ਬਦਾਵਲੀ ਦਾ ਡਾਟਾ ਨਾ ਹੋਵਣ ਪਾਰੋਂ ਛੜੇ ਇਹਨਾਂ ਇਲਾਕਿਆਂ ਦੀ ਨਹੀਂ, ਪੂਰੇ ਹਿੰਦੁਸਤਾਨ ਤੇ ਉਸ ਨਾਲ ਲੱਗਦੇ ਕੰਬੋਡੀਆ ਵਰਗੇ ਮੁਲਕਾਂ ਦੀ ਵਸੇਬੀ ਤੇ ਜ਼ੁਬਾਨ ਦਾ ਇਤਿਹਾਸ ਵੀ ਨਹੀਂ ਲਿਖਿਆ ਜਾ ਸਕਿਆ। ਮੈਂ ਇਸ ਫੈਸਲੇ ਤੇ ਇਤਿਹਾਸ ਦੀ ਫੋਲਾ-ਫਾਲੀ ਨਾਲ ਅਪੜਿਆ ਸਾਂ, ਪਰ ਖੁਸ਼ੀ ਦੀ ਗੱਲ ਇਹ ਵੇ ਕਿ ਹਾਰਵਰਡ ਯੂਨੀਵਰਸਿਟੀ ਦੇ ਮਾਈਕਲ ਵਿਟਜ਼ਲ ਵਰਗੇ ਦੁਨੀਆ ਦੇ ਸਿਰ ਕੱਢਵੇਂ ਆਲਮ ਪਹਿਲਾਂ ਹੀ ਇਸ ਨਤੀਜੇ ਤੇ ਅਪੜ ਚੁੱਕੇ ਸਨ। ਅੱਗੇ ਚੱਲ ਕੇ ਅਸੀਂ ਉਹਨਾਂ ਦੇ ਨਜ਼ਰੀਏ ਦਾ ਖੁਲਾਸਾ ਦਿਆਂਗੇ, ਪਰ ਇੱਥੇ ਉਹਨਾਂ ਦੇ ਮਜ਼ਮੂਨ ਦਾ ਹਵਾਲਾ ਦਿੰਦੇ ਚਲੀਏ। ਉਹ ਲਿਖਦੇ ਨੇ, ਉੱਪਰ ਦਿੱਤੇ ਮਵਾਦ ਜਾਂ ਮਟੀਰੀਅਲ ਤੋਂ ਇਹ ਗੱਲ ਪਤਾ ਲੱਗਦੀ ਏ ਕਿ ਜੇ ਅਸੀਂ ਪ੍ਰੋਟੋ-ਬੋਰੋ ਸ਼ਕਸੀ, ਨਾਹਾਲੀ ਤੇ ਕੰਨੜ ਜ਼ੁਬਾਨਾਂ ਦੇ ਅਜੋਕੇ ਬੋਲਣ ਵਾਲਿਆਂ ਦਾ ਵਾਧਾ ਵੀ ਕਰ ਲਈਏ, ਤਾਂ ਫੇਰ ਵੀ ਇਸ ਦੀ ਲੋੜ ਬਾਕੀ ਰਹਿੰਦੀ ਏ ਕਿ ਅਸੀਂ ਮਸੇਕਾ ਦੀ ਜ਼ੁਬਾਨ ਐਕਸ, ਕਾਠਮੰਡੂ ਵਾਦੀ, ਪੰਜਾਬ ਤੇ ਸਿੰਧ ਦੇ ਵਸੇਬ ਦੀ ਥਲੜੀ ਪੱਧਰ ਦੀ ਲਫ਼ਜ਼ਾਲੀ ਤੋਂ ਲਾਭ ਲਈਏ। ਇਹ ਗੱਲ ਉਹਨਾਂ ਦੀ ਕਿਤਾਬ ਆਰੀਅਨ ਐਂਡ ਨਾਨ ਆਰੀਅਨ ਨੇਮਜ਼ ਇਨ ਵੈਦਿਕ ਇੰਡੀਆ, ਡਾਟਾ ਫਾਰ ਲਿੰਗੁਇਸਟਿਕ ਸਿਚੁਏਸ਼ਨ ਵਿੱਚ ਦਰਜ ਏ। ਹੁਣ ਇਹ ਗੱਲ ਆਪਣੀ ਥਾਂ ਤੇ ਦੁਰਸਤ ਏ ਕਿ ਪੰਜਾਬੀ ਵਿੱਚ 12ਵੀਂ ਜਾਂ 13ਵੀਂ ਸਦੀ ਤੋਂ ਪਹਿਲਾਂ ਦੀਆਂ ਲਿਖਤਾਂ ਨਹੀਂ ਹਨ ਤੇ ਬਹੁਤਾ ਕੁਝ 15ਵੀਂ ਤੋਂ ਮਗਰੋਂ ਲਿਖਿਆ ਗਿਆ ਏ, ਪਰ ਇਸ ਬਾਅਦ ਵਿੱਚ ਲਿਖੇ ਜਾਣ ਵਾਲੇ ਅਦਬ ਵਿੱਚ ਵੀ ਕਦੀਮ ਇਤਿਹਾਸਕ ਰੀਤਾਂ ਤੇ ਸਮਾਜੀ ਬਣਤਰਾਂ ਵੇਖੀਆਂ ਜਾ ਸਕਦੀਆਂ ਨੇ। ਜੇਕਰ ਯੂਰਪੀਆਂ ਦੀ 19ਵੀਂ ਸਦੀ ਤੋਂ ਸ਼ੁਰੂ ਹੋਣ ਵਾਲੀ ਕਾਢ ਵਿੱਚ ਪੁਰਾਣੀਆਂ 2500 ਸਾਲ ਪੁਰਾਣੀਆਂ ਹਮਦਾਂ ਜਾਂ ਭਜਨਾਂ
ਤੇ ਮਜ਼ਹਬੀ ਲਿਖਤਾਂ ਤੋਂ ਹੀ ਪੁਰਾਣੇ ਸਮਾਜ ਦਾ ਨਕਸ਼ਾ ਟੋਲਿਆ ਜਾਣਾ ਸੀ, ਤਾਂ ਫਿਰ ਪੰਜਾਬ ਵਿੱਚ 15ਵੀਂ ਸਦੀ ਤੇ ਉਸ ਤੋਂ ਮਗਰੋਂ ਦੀਆਂ ਲਿਖਤਾਂ ਵੇਖਣਾ ਜ਼ਰੂਰੀ ਕਿਉਂ ਨਹੀਂ ਸੀ? ਹਕੀਕਤ ਤਾਂ ਇਹ ਵੇ ਕਿ 18ਵੀਂ ਸਦੀ ਤੀਕਰ ਪੰਜਾਬ ਦਾ ਬਹੁਤ ਵੱਡਾ ਹਿੱਸਾ ਅਜੇ ਵੇਦਾਂ ਦੇ ਜ਼ਮਾਨੇ ਵਾਂਗ ਪਸ਼ੂ ਪਾਲ ਹੀ ਸੀ। ਜਿਨ੍ਹਾਂ ਇਲਾਕਿਆਂ ਵਿੱਚ ਵਾਹੀ ਬੀਜੀ ਹੁੰਦੀ ਸੀ, ਉਹ ਵੀ ਉਂਝ ਹੀ ਸੀ ਜਿਵੇਂ ਪਾਨਣੀ ਤੇ ਮੌਰੀਆ ਰਾਜਿਆਂ ਦੇ ਜ਼ਮਾਨੇ ਵਿੱਚ ਹੁੰਦੀ ਸੀ। ਇਸ ਲਈ ਪੰਜਾਬੀ ਲਿਖਤਾਂ ਪੁਰਾਣੇ ਸਮਾਜ ਦਾ ਇਤਿਹਾਸ ਤੇ ਸਮਾਜੀ ਬਣਤਰ ਨੂੰ ਸਮਝਣ ਲਈ ਬੜਾ ਵੱਡਾ ਵਸੀਲਾ ਸਨ ਤੇ ਹਨ। ਇਸ ਲਈ ਅਸੀਂ ਇਸ ਕਿਤਾਬ ਵਿੱਚ ਪੰਜਾਬੀ ਕਲਾਸਿਕ ਨੂੰ ਵਰਤਣ ਦਾ ਉਪਰਾਲਾ ਕਰਾਂਗੇ। ਪਰ ਇਹਦਾ ਮਤਲਬ ਇਹ ਨਾ ਲਿਆ ਜਾਵੇ ਕਿ ਇਹ ਕਿਤਾਬ ਪੰਜਾਬੀ ਕਲਾਸਿਕ ਨੂੰ ਹੀ ਮੁੱਢ ਬਣਾ ਕੇ ਲਿਖੀ ਗਈ ਏ। ਇਸ ਦੇ ਉਲਟ ਇਸ ਕਿਤਾਬ ਨੂੰ ਜੋੜਨ ਲਈ ਦੁਨੀਆ ਦੇ ਸਾਰੇ ਵੱਡੇ ਇਤਿਹਾਸਕਾਰਾਂ ਨੂੰ ਫਰੋਲਣ ਦੀ ਕੋਸ਼ਿਸ਼ ਕੀਤੀ ਗਈ ਏ ਤੇ ਬਹੁਤਾ ਵੱਡਾ ਹਿੱਸਾ ਉਹਨਾਂ ਦੀਆਂ ਲਿਖਤਾਂ ਨੂੰ ਮੁੱਢ ਬਣਾ ਕੇ ਲਿਖਿਆ ਗਿਆ ਏ। ਪੰਜਾਬੀ ਕਲਾਸਿਕ ਨੂੰ ਸਿਰਫ ਉੱਥੇ ਵਰਤਿਆ ਗਿਆ ਏ ਜਿੱਥੇ ਉਹਦੇ ਵਿੱਚ ਕਦੀਮ ਵਾਰੇ ਭਾਵ ਪੁਰਾਣੇ ਯੁੱਗ ਦੀ ਵਿਚਾਰਧਾਰਾ ਲਿਸ਼ਕ ਮਾਰਦੀ ਏ। ਜਿਵੇਂ ਉੱਪਰ ਕਿਹਾ ਗਿਆ ਏ ਕਿ ਪੰਜਾਬ ਦੇ ਵੱਡੇ ਹਿੱਸੇ ਵਿੱਚ ਅਜੇ ਪਸ਼ੂ ਪਾਲ ਸਮਾਜ ਹੀ ਮੌਜੂਦ ਸੀ, ਤਾਂ ਫਿਰ ਉਹਨੂੰ ਗੌਰ ਨਾਲ ਵੇਖ ਕੇ ਪੁਰਾਣੇ ਪੰਜਾਬ ਦਾ ਇਤਿਹਾਸ ਜੋੜਨਾ ਸੌਖਾ ਹੋ ਸਕਦਾ ਸੀ। ਇਹੀ ਨਹੀਂ, ਸਗੋਂ ਪੰਜਾਬੀ ਕਲਾਸਿਕ ਤੇ ਪੰਜਾਬ ਬਾਰੇ ਇੱਧਰ-ਉੱਧਰ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਉੱਥੇ 19ਵੀਂ ਸਦੀ ਤੀਕਰ ਬਹੁਤ ਸਾਰੀਆਂ ਸ਼ੈਵਾਂ ਦਾ ਵਸੀਲਾ ਜੰਗਲ ਹੀ ਸਨ। ਬਹੁਤ ਲੋਕ ਬਾਰ ਦੀਆਂ ਕਰੀਰਾਂ ਦੇ ਡੇਲੇ ਉਬਾਲ ਕੇ ਖਾਂਦੇ ਸਨ ਤੇ ਜੰਗਲ ਵਿੱਚੋਂ ਪੀਲਾਂ ਚੁਗ ਕੇ ਉੱਨ ਤੇ ਹੋਰ ਸ਼ੈਵਾਂ ਖਰੀਦਦੇ ਸਨ। ਇਸ ਦਾ ਮਤਲਬ ਇਹ ਵੇ ਕਿ ਪੰਜਾਬ ਦੇ ਇੱਕ ਵੱਡੇ ਹਿੱਸੇ ਦੀ ਆਰਥਿਕਤਾ ਵਿੱਚ ਅਜੇ ਇਨਸਾਨ ਦੀ ਸਭ ਤੋਂ ਪੁਰਾਣੀ ਰਹਿਣੀ ਬਹਿਣੀ, ਜੰਗਲ ਵਿੱਚੋਂ ਖੁਰਾਕ ਜਮ੍ਹਾਂ ਕਰਕੇ ਗੁਜ਼ਾਰਾ ਕਰਨਾ ਦੇ ਨਿਸ਼ਾਨ ਵੀ ਮੌਜੂਦ ਸਨ। ਇਹੋ ਜਿਹਾ ਸਮਾਜ ਪੁਰਾਣੇ ਵੇਲਿਆਂ ਦਾ ਇਤਿਹਾਸ ਲਿਖਣ ਦਾ ਬੜਾ ਵੱਡਾ ਵਸੀਲਾ ਸੀ, ਪਰ ਉਸ ਤੋਂ ਲਾਭ ਨਹੀਂ ਲਿਆ ਗਿਆ। ਜਿਨ੍ਹਾਂ ਵੀ ਪੰਜਾਬ ਦਾ ਇਤਿਹਾਸ ਲਿਖਿਆ ਹੈ, ਬਾਕੀਆਂ ਇਲਾਕਿਆਂ ਵਾਂਗੂ ਇੱਥੇ ਦੇ ਰਾਜਿਆਂ ਤੇ ਰਾਜਧਾਨੀਆਂ ਦੇ ਕਿੱਸਿਆਂ ਤੇ ਲੜਾਈਆਂ ਤੇ ਹੀ ਲਿਖਿਆ ਹੈ, ਜਾਂ ਫਿਰ ਇਤਿਹਾਸ ਨੂੰ ਮਜ਼ਹਬਾਂ ਦੀ ਵੰਡ ਦੀ ਪੱਧਰ ਹਿੰਦੂ, ਬੁੱਧ ਤੇ ਮੁਸਲਿਮ ਵਾਰਾ ਤੇ ਲਿਖਿਆ ਗਿਆ ਹੈ। ਇਸ ਤਰ੍ਹਾਂ ਲਿਖੀਆਂ ਇਤਿਹਾਸਕ ਕਹਾਣੀਆਂ ਬਾਰੇ ਹਾਸੇ ਵਾਲੀ ਗੱਲ ਇਹ ਵੇ ਕਿ ਇਹਨਾਂ ਵਿੱਚ ਕੋਈ ਮੰਤਕ ਭਾਵ ਤਰਕ ਨਹੀਂ ਹੈ। ਮਿਸਾਲ ਦੇ ਤੌਰ ਤੇ ਜਦੋਂ ਸਿਕੰਦਰ ਨੇ ਪੰਜਾਬ ਤੇ ਹਮਲਾ ਕੀਤਾ, ਉਦੋਂ ਪੰਜਾਬ ਵਿੱਚ ਤਕਸ਼ਲਾ ਤੋਂ ਲੈ ਕੇ ਰਾਵੀ ਤੀਕਰ ਕਈ ਬਾਦਸ਼ਾਹੀਆਂ ਸਨ। ਸਿਕੰਦਰ ਦਾ ਮੁਕਾਬਲਾ ਕਰਨ ਵਾਲੇ ਰਾਜਾ ਪੋਰਸ ਦੀ ਜੇਹਲਮ ਤੇ ਚਨਾਬ ਵਿਚਕਾਰ ਇੱਕ ਇਲਾਕੇ ਤੇ ਹਕੂਮਤ ਸੀ। ਇਸ ਇਲਾਕੇ ਵਿੱਚ ਹੜ੍ਹ ਵੀ ਚੋਖੇ ਆਉਂਦੇ ਸਨ ਤੇ ਕਈ ਹਿੱਸਿਆਂ ਵਿੱਚ ਵੱਸੋਂ ਹੋ ਹੀ ਨਹੀਂ ਸੀ ਸਕਦੀ। ਇਹਨਾਂ ਸਾਰਿਆਂ ਪੱਖਾਂ ਨੂੰ ਮੁੱਖ ਰੱਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ 326 ਈਸਾ ਪੂਰਵ ਵਿੱਚ ਪੋਰਸ ਦੀ ਰਾਜਧਾਨੀ ਦੀ ਆਬਾਦੀ ਹਜ਼ਾਰਾਂ ਵਿੱਚ ਹੋਵੇਗੀ। ਫਿਰ ਜਦੋਂ ਇਹ ਕਿਹਾ ਜਾਂਦਾ ਹੈ ਕਿ ਸਿਕੰਦਰ ਤੇ ਪੋਰਸ ਦੀਆਂ ਫੌਜਾਂ ਦੀ ਗਿਣਤੀ ਕੁੱਲ ਮਿਲਾ ਕੇ ਲੱਖ ਦੇ ਕੋਲ ਸੀ, ਤਾਂ ਸਵਾਲ ਉੱਠਦਾ ਹੈ ਕਿ ਲੱਖ ਫੌਜਾਂ ਦੀ ਖਾਦ ਖੁਰਾਕ ਕਿੱਥੋਂ ਆਉਂਦੀ ਸੀ? ਉਹਨਾਂ ਵੇਲਿਆਂ ਦੇ ਪੈਦਾਵਾਰੀ ਢੰਗ ਵਿੱਚ ਇੰਨੀ ਥੋੜ੍ਹੀ ਆਬਾਦੀ ਇੰਨੀ ਵਾਫਰ ਪੈਦਾਵਾਰ ਨਹੀਂ ਸੀ ਕਰ ਸਕਦੀ ਜੋ ਲੱਖ ਬੰਦੇ ਨੂੰ ਬਿਠਾ ਕੇ ਖਵਾ ਸਕੇ। ਇਸ ਤਰ੍ਹਾਂ ਵੇਖੋ ਤੇ ਇਹ ਸਾਰੀ ਕਹਾਣੀ ਸ਼ੱਕ ਵਾਲੀ ਏ ਤੇ ਕਈ 100 ਗੁਣਾ ਵਧਾ ਕੇ ਦੱਸੀ ਗਈ ਏ। ਪੰਜਾਬ ਦੀਆਂ ਜ਼ਾਤਾਂ, ਕਬੀਲਿਆਂ ਤੇ ਗੋਤਾਂ ਵਗੈਰਾ ਤੇ ਬਹੁਤੀ ਕਾਢ ਨਹੀਂ ਹੋਈ। ਪੰਜਾਬ ਦਾ ਇਤਿਹਾਸ ਲਿਖਣ ਲਈ ਨਕਸ਼ਿਆਂ, ਜ਼ਾਤਾਂ ਤੇ ਟੱਪਰੀਵਾਸ ਕਬੀਲਿਆਂ ਤੇ ਮੁੱਢਲੀ ਕਾਢ ਦੀ ਲੋੜ ਸੀ। ਪੰਜਾਬ ਦੇ ਜਟਕੇ ਸਮਾਜ ਵਿੱਚ ਮੁਸੱਲੀ, ਹੋਜੇ ਤੇ ਮਿਰਾਸੀ ਵਗੈਰਾ ਸਾਰੇ ਪੁਰਾਣੇ ਸਮਾਜ ਦੇ ਲੋਕ ਸਨ। ਇਸੇ ਤਰ੍ਹਾਂ ਦਰਜਨਾਂ ਕਿਸਮਾਂ ਦੇ ਟੱਪਰੀਵਾਸ ਸਨ। ਇਹਨਾਂ ਸਾਰਿਆਂ ਦੇ ਰੰਗ ਤੇ ਨਕਸ਼ ਇੱਕੋ ਜਿਹੇ ਸਨ। ਵੇਖਣ ਵਾਲੀ ਗੱਲ ਇਹ ਸੀ ਕਿ ਪੰਜਾਬ ਵਿੱਚ ਇਸ ਪੂਰੀ ਨਸਲ ਦੇ ਲੋਕ ਇੰਨੇ ਥੱਲੇ ਕਿਵੇਂ ਚਲੇ ਗਏ। ਆਰੀਆਵਾਂ ਦੇ ਆਉਣ ਜਾਂ ਹਮਲਾ ਕਰਨ ਦੇ ਨਜ਼ਰੀਏ ਨੂੰ ਭਾਵੇਂ ਮੰਨਿਆ ਜਾਵੇ ਜਾਂ ਰੱਦ ਕੀਤਾ ਜਾਵੇ, ਇਹ ਹਕੀਕਤ ਆਪਣੀ ਥਾਂ ਤੇ ਰਹੇਗੀ ਕਿ ਕਾਲੇ ਰੰਗ ਤੇ ਮੋਟੇ ਨਕਸ਼ਾਂ ਦੇ ਲੋਕ ਅੱਧ ਗੁਲਾਮੀ ਵਿੱਚ ਸਨ ਤੇ ਮਾਲਕੀ ਰੱਖਣ ਵਾਲੇ ਤਬਕਿਆਂ ਵਾਲੇ ਚਿੱਟੇ ਜਾਂ ਸਾਂਵਲੇ ਤੇ ਯੂਰਪੀਆਂ ਨਾਲ ਮਿਲਦੇ ਜੁਲਦੇ ਨਕਸ਼ਾਂ ਵਾਲੇ ਸਨ। ਇਹ ਗੱਲ ਦਰੁਸਤ ਏ ਕਿ ਬਾਹਰ ਦੇ ਲੋਕ 15ਵੀਂ ਸਦੀ ਤੀਕਰ ਪੰਜਾਬ ਆਉਂਦੇ ਰਹੇ, ਜਿਨ੍ਹਾਂ ਵਿੱਚ 7ਵੀਂ ਸਦੀ ਤੋਂ ਆਉਣ ਵਾਲੇ ਅਰਬ ਵੀ ਸਨ। ਪੰਜਾਬ ਵਿੱਚ ਜਟਕੇ ਸਮਾਜ ਵਿੱਚ ਸੱਯਦ ਜ਼ਾਤ ਦੇ ਜਗੀਰਦਾਰ ਤੇ ਜ਼ਿਮੀਂਦਾਰ ਬੜੀ ਵੱਡੀ ਗਿਣਤੀ ਵਿੱਚ ਨੇ। ਇਸ ਸਮਾਜ ਵਿੱਚ ਕਈ ਸਬਜ਼ੀਆਂ ਦੇ ਨਾਂ ਅਰਬਾਂ ਤੋਂ ਆਏ ਨੇ, ਜਿਵੇਂ ਗੰਢੇ ਲਈ ਵਸਲ ਤੇ ਲਸਣ ਲਈ ਥੋਮ। ਇਹ ਸਵਾਲ ਕਾਢਯੋਗ ਸੀ ਕਿ ਇਹ ਅਰਬ ਹਾਕਮ ਕਦੋਂ ਕਿਸ ਰੂਪ ਵਿੱਚ ਆਏ, ਕਿਉਂ ਤੇ ਕਿਵੇਂ ਪਸ਼ੂ ਪਾਲ ਜਟਕੇ ਸਮਾਜ ਦਾ ਹਿੱਸਾ ਬਣ ਗਏ। ਜਟਕੇ ਸਮਾਜ ਦੇ ਦੂਜੇ ਵੱਡੇ ਤਬਕਿਆਂ ਦੇ ਲੋਕ ਦਾਅਵੇ ਕਰਦੇ ਨੇ ਕਿ ਉਹ ਮੁਸਲਮਾਨਾਂ ਦੇ ਜ਼ਮਾਨੇ ਵਿੱਚ ਰਾਜਪੂਤਾਨਾ ਤੋਂ ਆਏ ਰਾਜਪੂਤ ਨੇ। ਇਸ ਤੇ ਵੀ ਕਾਢ ਦੀ ਲੋੜ ਹੈ ਕਿ ਪਹਿਲਾਂ ਤੋਂ ਆਏ ਆਰੀਆ ਹੁਕਮਰਾਨ ਤਬਕੇ ਕਿੱਥੇ ਚਲੇ ਗਏ। ਸਾਨੂੰ ਇਹ ਪਤਾ ਹੈ ਕਿ 10ਵੀਂ ਸਦੀ ਤੀਕਰ ਪੰਜਾਬ ਵਿੱਚ ਹਿੰਦੂਸ਼ਾਹੀ ਸੀ। 1841 ਦੀ ਮਰਦਮਸ਼ੁਮਾਰੀ ਦੇ ਮੁਤਾਬਕ ਵੀ ਪੰਜਾਬ ਵਿੱਚ ਹਿੰਦੂਆਂ ਦੀ ਗਿਣਤੀ 44% ਸੀ। ਫਿਰ ਇਹ ਕਿੰਜ ਹੋਇਆ ਕਿ 1947 ਤੀਕਰ ਵੀ ਪੰਜਾਬ ਦੇ ਸ਼ਹਿਰਾਂ ਵਿੱਚ ਹਿੰਦੂ ਗਾਲਬ ਸਨ।
ਫਿਰ ਪਿੰਡਾਂ ਦੇ ਹਿੰਦੂ ਹਾਕਮ ਤਬਕੇ ਕਿੱਥੇ ਗਏ? ਸ਼ਹਿਰਾਂ ਵੱਲ ਭੱਜ ਕੇ ਆ ਗਏ ਜਾਂ ਕੁਝ ਹੋਰ ਹੋਇਆ? ਮਤਲਬ ਕਿ ਜੇ ਅਸੀਂ ਇਹਨਾਂ ਗੱਲਾਂ ਦਾ ਨਿਤਾਰਾ ਨਾ ਕਰੀਏ ਤਾਂ ਅਸੀਂ ਪੁਰਾਣੇ ਪੰਜਾਬ ਦਾ ਇਤਿਹਾਸ ਨਹੀਂ ਜੋੜ ਸਕਦੇ। ਇਸ ਲਈ ਅਸੀਂ ਪੁਰਾਣੇ ਪੰਜਾਬ ਵਿੱਚ ਆਈਆਂ ਤਬਦੀਲੀਆਂ ਨੂੰ ਵੇਖਣ ਲਈ ਅਜੋਕੇ ਸਮਾਜ ਦੇ ਹਿੱਸਿਆਂ, ਉਹਨਾਂ ਦੀ ਸਮਾਜੀ ਬਣਤਰ ਤੇ ਪੰਜਾਬੀ ਕਲਾਸੀਕਲ ਲਿਖਤਾਂ ਨੂੰ ਧਿਆਨ ਵਿੱਚ ਰੱਖਾਂਗੇ। ਸਾਡੇ ਸਾਹਮਣੇ 1960 ਤੋਂ ਪਹਿਲਾਂ ਦਾ ਪੰਜਾਬ ਹੋਵੇਗਾ, ਕਿਉਂਕਿ ਪਿਛਲੇ 60 ਸਾਲਾਂ ਵਿੱਚ ਜੋ ਬਦਲਿਆ ਹੈ, ਉਹ 2000 ਸਾਲਾਂ ਵਿੱਚ ਵੀ ਸ਼ਾਇਦ ਨਹੀਂ ਸੀ ਬਦਲਿਆ। ਪੰਜਾਬ ਦੇ ਪਿੰਡਾਂ ਵਿੱਚ 1960 ਵਿੱਚ ਵੀ ਮਕਾਨ ਕੱਚੇ ਗਾਰੇ ਨਾਲ ਬਣਦੇ ਸਨ, ਜਿਨ੍ਹਾਂ ਉੱਤੇ ਜੰਗਲੀ ਲੱਕੜੀ ਦੀਆਂ ਅਣਘੜਤ ਛੱਤਾਂ ਪੈਂਦੀਆਂ ਸਨ ਤੇ ਅਜਿਹੇ ਕੋਠਿਆਂ ਦਾ ਇੱਕ ਹੀ ਬੂਹਾ ਹੁੰਦਾ ਸੀ, ਕੋਈ ਬਾਰੀ ਨਹੀਂ ਸੀ ਹੁੰਦੀ। ਘਰ ਦੀਆਂ ਵਲਗਣਾਂ ਦੇ ਅੰਦਰ ਹੀ ਡੰਗਰਾਂ ਲਈ ਢਾਰੇ ਜਾਂ ਛੱਪਰ ਪਾ ਕੇ ਥਾਵਾਂ ਬਣਾਈਆਂ ਜਾਂਦੀਆਂ ਸਨ। ਘਰਾਂ ਵਿੱਚ ਸੀਵਰੇਜ ਦਾ ਕੋਈ ਤਸੱਵੁਰ ਨਹੀਂ ਸੀ। ਘਰਾਂ ਵਿੱਚ ਮੂਤਰਣ ਵਾਲੀ ਥਾਂ ਜਾਂ ਖੁਰੇ ਤੇ ਪਾਣੀ ਦੇ ਘੜੇ ਵੀ ਰੱਖੇ ਜਾਂਦੇ ਸਨ। ਮਤਲਬ 1960 ਦਾ ਪਿੰਡ ਹੜੱਪੇ ਦੇ ਕਈ ਸਾਲ ਪੁਰਾਣੇ ਸ਼ਹਿਰ ਤੋਂ ਵੀ ਪਿੱਛੇ ਸੀ। ਅਸੀਂ ਇੱਥੇ ਇਹ ਮਫਰੂਜ਼ਾ ਜਾਂ ਪਰਿਕਲਪਨਾ ਰੱਖਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਪਿੰਡ ਹੜੱਪੇ ਦੇ ਜ਼ਮਾਨੇ ਤੋਂ ਲੈ ਕੇ ਹੁਣ ਤੀਕਰ ਕੁਝ ਘਟਾ ਵਧਾ ਕੇ ਇੱਕ ਹੀ ਤਰ੍ਹਾਂ ਨਾਲ ਵਸਦੇ ਆਏ ਨੇ, ਜਾਂ ਉਹਨਾਂ ਦੀ ਸ਼ਕਲ ਕੁਝ ਅਜਿਹੀ ਹੀ ਰਹੀ ਹੋਵੇਗੀ। ਇਸ ਲਈ ਜੇ 20ਵੀਂ ਸਦੀ ਦੇ ਪੰਜਾਬੀ ਪਿੰਡ ਦੀ ਰਹਿਣੀ ਬਹਿਣੀ ਦਾ ਪੂਰਾ ਨਿਖੇੜ ਕਰ ਲਿਆ ਜਾਵੇ ਤਾਂ ਉਸ ਤੋਂ ਉਹ ਕੁਝ ਪਤਾ ਲੱਗ ਸਕਦਾ ਹੈ ਜਿਹੜਾ ਨਾ ਮਜ਼ਹਬੀ ਕਿਤਾਬਾਂ ਤੋਂ ਮਿਲੇਗਾ ਤੇ ਨਾ ਕਿਸੇ ਹੋਰ ਕਾਰਡ ਨਾਲ। ਇਸ ਬਾਰੇ ਅਸੀਂ ਇਹ ਨੁਕਤੇ ਸਾਹਮਣੇ ਰੱਖਾਂਗੇ। 1, ਕਈ ਪੱਖਾਂ ਤੇ ਗੱਲ ਕਰਨ ਲਈ ਅਸੀਂ ਅਜੋਕੇ ਟੁੱਟੇ ਭੱਜੇ ਪੰਜਾਬ ਦੀ ਥਾਂ ਪੁਰਾਣਿਆਂ ਵੇਲਿਆਂ ਦੀ ਗੱਲ ਕਰਾਂਗੇ। ਪੁਰਾਣੇ ਪੰਜਾਬ ਵਿੱਚ ਅਸੀਂ ਹਰਿਆਣਾ ਤੋਂ ਲੈ ਕੇ ਪਿਸ਼ਾਵਰ ਤੱਕ ਨੂੰ ਸਾਹਮਣੇ ਰੱਖਾਂਗੇ। ਪੰਜਾਬੀ ਦੇ ਕੁਝ ਲਹਿਜੇ ਇਹਨਾਂ ਸਾਰਿਆਂ ਇਲਾਕਿਆਂ ਵਿੱਚ ਬੋਲੇ ਜਾਂਦੇ ਨੇ, ਜਿਵੇਂ ਪਿਸ਼ਾਵਰ ਵਿੱਚ ਹਿੰਦਕੋ। 2, ਅਸੀਂ ਪੁਰਾਣੇ ਪੰਜਾਬ ਨੂੰ ਵੇਖਣ ਲਈ ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਵੱਖਰੀਆਂ ਸਮਾਜੀ ਬਣਤਰਾਂ ਨੂੰ ਉਘਾੜਾਂਗੇ। ਇਹਨਾਂ ਵਿੱਚ ਖਾਸ ਤੌਰ ਤੇ ਲਹਿੰਦੇ ਪੰਜਾਬ ਦੇ ਵਸੇਬ ਨੂੰ ਫਰੋਲਣਾ ਚਾਹੀਦਾ ਹੈ, ਕਿਉਂਕਿ ਉਸ ਵਿੱਚ ਅੰਗਰੇਜ਼ਾਂ ਦੇ ਨਹਿਰੀ ਨਿਜ਼ਾਮ ਤੋਂ ਪਹਿਲੇ ਵਾਰੇ ਜਾਂ ਪੀਰੀਅਡ ਦੀ ਸਮਾਜੀ ਰਹਿੰਦ ਖੂੰਹਦ 20ਵੀਂ ਸਦੀ ਦੇ ਤਕਰੀਬਨ ਅੱਧ ਤਾਈਂ ਮਿਲ ਜਾਂਦੀ ਏ। ਸਾਡੇ ਵੇਲਿਆਂ ਤੀਕਰ ਵਿਚਲੇ ਜਾਂ ਵਿਚਕਾਰਲੇ ਪੰਜਾਬ ਦੇ ਕੁਝ ਇਲਾਕੇ ਤੇ ਪੂਰੇ ਲਹਿੰਦੇ ਪੰਜਾਬ ਦਾ ਪੁਰਾਣਾ ਸਮਾਜ, ਜਿਸ ਨੂੰ ਜਟਕਾ ਜਾਂ ਆਬਾਦਕਾਰਾਂ ਦੀ ਜ਼ੁਬਾਨ ਵਿੱਚ ਜਾਂਗਲੀ ਕਿਹਾ ਜਾਂਦਾ ਹੈ, ਆਪਣੀ ਵੱਖਰੀ ਪਛਾਣ ਰਖਵਾਉਂਦਾ ਸੀ। 3, ਅਸੀਂ ਉੱਤਰੀ ਤੇ ਪਹਾੜੀ ਇਲਾਕਿਆਂ ਤੇ ਵੀ ਝਾਤ ਪਾਵਾਂਗੇ, ਕਿਉਂਕਿ ਹਰ ਵਾਰੇ ਵਿੱਚ ਬਹੁਤੀਆਂ ਫੌਜਾਂ ਇਸੇ ਇਲਾਕੇ ਤੋਂ ਭਰਤੀ ਹੁੰਦੀਆਂ ਰਹੀਆਂ ਨੇ। ਇਹਨਾਂ ਇਲਾਕਿਆਂ ਵਿੱਚ ਬਾਹਰੋਂ ਆਉਣ ਵਾਲੇ ਇਰਾਨੀ, ਯੂਨਾਨੀ, ਸ਼ਕ ਤੇ ਹੂਣ ਬਹੁਤੇ ਆਬਾਦ ਹੋਏ। ਇਸ ਲਈ ਇਸ ਇਲਾਕੇ ਦੀ ਬਣਤਰ ਦਾ ਆਪਣਾ ਢੰਗ ਹੋ ਸਕਦਾ ਹੈ। 4, ਇਸ ਕਿਤਾਬ ਵਿੱਚ ਅਸੀਂ ਜਿਨ੍ਹਾਂ ਹਵਾਲਿਆਂ ਨੂੰ ਵਰਤਿਆ ਹੈ, ਉਹਨਾਂ ਵਿੱਚ ਇਤਿਹਾਸਕਾਰ ਅਕਸਰ ਹੜੱਪੀਆਂ ਦੀ ਪੁਰਾਣੀ ਜ਼ੁਬਾਨ ਨੂੰ ਦਰਾਵੜੀ ਜ਼ੁਬਾਨਾਂ ਨਾਲ ਮਿਲਾਉਂਦੇ ਨੇ। ਇਸ ਬਾਰੇ ਪੱਕਾ ਯਕੀਨ ਨਹੀਂ, ਕਿਉਂਕਿ ਇਹ ਨਜ਼ਰੀਆ ਵੀ ਵਜ਼ਨੀ ਏ ਕਿ ਪੰਜਾਬ ਦੇ ਲੋਕਾਂ ਦੀ ਪੁਰਾਣੀ ਜ਼ੁਬਾਨ ਦਰਾਵੜੀ ਨਾਲ ਨਹੀਂ, ਸਗੋਂ ਪੈਰਾਮੁੰਡਾ ਦੱਖਣੀ ਏਸ਼ੀਆਈ ਜ਼ੁਬਾਨਾਂ ਨਾਲ ਬਹੁਤੀ ਮਿਲਦੀ ਏ। ਇਸ ਦੇ ਮੁਤਾਬਕ ਰਿਗਵੇਦ ਦੇ ਪਹਿਲੇ ਵਾਰੇ ਵਿੱਚ ਦਰਾਵੜੀ ਲਫ਼ਜ਼ ਨਹੀਂ ਮਿਲਦੇ ਤੇ ਉਹ ਬਾਅਦ ਦੇ ਵਾਰੇ ਵਿੱਚ ਮਿਲਦੇ ਨੇ। ਇਸ ਤੋਂ ਇਹ ਨਤੀਜਾ ਕੱਢਣ ਦੀ ਕੋਸ਼ਿਸ਼ ਕੀਤੀ ਗਈ ਕਿ ਦਰਾਵੜ ਪੂਰਬੀ ਈਰਾਨ ਤੋਂ ਸਿੰਧ ਰਾਹੀਂ ਆਰੀਆਵਾਂ ਤੋਂ ਮਗਰੋਂ ਪੰਜਾਬ ਆਏ। ਉਹਨਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਦੀ ਜ਼ੁਬਾਨ ਪੈਰਾਮੁੰਡਾ ਸੀ। ਇਸ ਕਿਤਾਬ ਵਿੱਚ ਜੇ ਕਿਸੇ ਹਵਾਲੇ ਵਿੱਚ ਇੱਥੋਂ ਦੀ ਜ਼ੁਬਾਨ ਜਾਂ ਲੋਕਾਂ ਨੂੰ ਦਰਾਵੜੀ ਕਿਹਾ ਗਿਆ ਤਾਂ ਅਸੀਂ ਉਸ ਨੂੰ ਬਦਲਿਆ ਨਹੀਂ। ਇਸ ਲਈ ਪੜ੍ਹਨ ਵੇਲੇ ਧਿਆਨ ਰਹੇ ਕਿ ਜ਼ਰੂਰੀ ਨਹੀਂ ਕਿ ਪੰਜਾਬ ਦੀ ਪੁਰਾਣੀ ਜ਼ੁਬਾਨ ਦਰਾਵੜੀ ਸੀ। 5, ਅਸੀਂ ਇਸ ਕਿਤਾਬ ਵਿੱਚ ਰਾਜਿਆਂ ਤੇ ਰਾਠਾਂ ਦੀ ਲੰਮੀ ਚੌੜੀ ਲਿਸਟ ਨਹੀਂ ਦਿਆਂਗੇ, ਕਿਉਂਕਿ ਇਹ ਕੰਮ ਸ਼ਾਇਦ ਹੋਰਾਂ ਬਿਹਤਰ ਕੀਤਾ ਹੋਵੇ। ਦੂਜੀ ਗੱਲ ਇਹ ਵੇ ਕਿ ਜੇ ਪੈਦਾਵਾਰੀ ਢੰਗ ਦੀ ਥਾਂ ਸਿਰਫ ਹਾਕਮਾਂ ਦੇ ਨਾਂ ਹੀ ਬਦਲਦੇ ਨੇ ਤੇ ਫੇਰ ਫਰਕ ਸਿਰਫ ਇੰਨਾ ਹੀ ਰਹਿ ਜਾਂਦਾ ਹੈ ਕਿ ਕੌਣ ਘੱਟ ਤੇ ਕੌਣ ਵੱਧ ਜ਼ਾਲਮ ਸੀ। ਇਸ ਲਈ ਅਸੀਂ ਸਿਰਫ ਉਹਨਾਂ ਕਿਰਦਾਰਾਂ ਨੂੰ ਸਾਹਮਣੇ ਲਿਆਵਾਂਗੇ ਜਿਨ੍ਹਾਂ ਕੋਈ ਖਾਸ ਕੰਮ ਕੀਤਾ। 6, ਵੱਡੇ ਵੱਡੇ ਤੇ ਬੜੇ ਨਾਮੀ ਇਤਿਹਾਸਕਾਰ ਵੀ ਪੁਰਾਣਿਆਂ ਵੇਲਿਆਂ ਦਾ ਕਿੱਸਾ ਲਿਖਦਿਆਂ ਮੁਆਸ਼ੀ ਜਾਂ ਆਰਥਿਕ ਭਾਵ ਇਕਨੋਮਿਕ ਤੇ ਵਿਚਾਰਧਾਰਕ ਭਾਵ ਆਈਡੀਓਲੋਜੀਕਲ ਪੱਖਾਂ ਦਾ ਖਿਆਲ ਨਹੀਂ ਕਰਦੇ, ਜਿਸ ਕਰਕੇ ਉਹਨਾਂ ਦੀ ਦੱਸ ਫੜਾ ਮਾਰਨਾ ਲੱਗਦਾ ਹੈ। ਮਿਸਾਲ ਦੇ ਤੌਰ ਤੇ ਸਿਕੰਦਰ ਦੀ ਵੱਧ ਤੋਂ ਵੱਧ ਕਿੰਨੀ ਫੌਜ ਹੋ ਸਕਦੀ ਸੀ? ਗੰਧਾਰਾ ਇਲਾਕੇ ਵਿੱਚ ਉਸਨੇ ਕਈ ਸ਼ਾਹੀਆਂ ਜਾਂ ਰਾਜ ਫਤਿਹ ਕੀਤੀਆਂ, ਜਿਸ ਦਾ ਮਤਲਬ ਇਹ ਕਿ ਹਰ ਸ਼ਾਹੀ ਨਿੱਕੀ ਜਿਹੀ ਕੁਝ ਹਜ਼ਾਰ ਲੋਕਾਂ ਦੀ ਹੋਵੇਗੀ। ਇੰਨੀ ਥੋੜ੍ਹੀ ਆਬਾਦੀ ਆਪਣੇ ਤੇ ਹਮਲਾ ਕਰਨ ਵਾਲਿਆਂ ਦੀ ਕਿੰਨੀ ਕੁ ਫੌਜ ਨੂੰ ਖਿਲਾਫ ਲਾ ਸਕਦੀ ਸੀ, ਜਾਂ ਉਹਨਾਂ ਦੇ ਘੋੜਿਆਂ ਲਈ ਘਾਹ ਤੇ ਪੱਠੇ ਦੇ ਸਕਦੀ ਸੀ। ਇਹੋ ਹੀ ਗੱਲ ਪੋਰਸ ਬਾਰੇ ਵੀ ਏ, ਜਿਸ ਦੀ ਸ਼ਾਹੀ ਜੇਹਲਮ ਤੇ ਚਨਾਬ ਵਿਚਕਾਰ ਅੱਧੇ ਇਲਾਕੇ ਤੇ ਸੀ। ਕੀ ਉਹ ਆਬਾਦੀ ਲੱਖਾਂ ਫੌਜਾਂ ਦੇ ਖਾਣ ਪੀਣ ਪੱਠੇ ਦੱਥੇ ਦਾ ਇੰਤਜ਼ਾਮ ਕਰ ਸਕਦੀ ਸੀ? ਪਰ ਬਹੁਤੇ ਇਤਿਹਾਸ ਲਿਖਣ ਵਾਲੇ ਸਿਕੰਦਰ ਤੇ ਪੋਰਸ ਦੀਆਂ ਫੌਜਾਂ ਮਿਲਾ ਕੇ ਲੱਖਾਂ ਤੀਕਰ ਲੈ ਜਾਂਦੇ ਨੇ।
ਇਤਿਹਾਸਕਾਰਾਂ ਨੇ ਇਲਾਕਿਆਂ ਦੀ ਕੁਦਰਤੀ ਬਣਤਰ ਦਾ ਵੀ ਖਿਆਲ ਨਹੀਂ ਕੀਤਾ ਤੇ ਆਪਾ ਵਿਰੋਧੀ ਗੱਲਾਂ ਲਿਖੀਆਂ ਨੇ। ਮਿਸਾਲ ਦੇ ਤੌਰ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਤੇ ਸਿੰਧ ਵਿੱਚ ਜ਼ਰਾਇਤ ਜਾਂ ਖੇਤੀਬਾੜੀ ਇਸ ਲਈ ਸ਼ੁਰੂ ਹੋ ਸਕਦੀ ਸੀ ਕਿ ਇੱਥੇ ਸੰਘਣੇ ਜੰਗਲ ਨਹੀਂ ਸਨ। ਜੇਕਰ ਇਹ ਸੱਚ ਏ ਤੇ ਫਿਰ ਇੱਥੇ ਹਾਥੀ ਕਿਵੇਂ ਪਲ ਸਕਦਾ ਸੀ? ਸ਼ੇਰ ਦਾ ਹੋਣਾ ਵੀ ਸ਼ੱਕ ਸ਼ੁਬੇ ਵਾਲੀ ਗੱਲ ਏ। ਇੱਥੋਂ ਦੀਆਂ ਨਿੱਕੀਆਂ ਝਾੜੀਆਂ ਵਿੱਚ ਹਿਰਨ ਪਲ ਸਕਦੇ ਸਨ, ਜਿਸ ਦਾ ਪੰਜਾਬੀ ਲਿਖਤਾਂ ਵਿੱਚ ਥਾਂ-ਥਾਂ ਤੇ ਜ਼ਿਕਰ ਏ। ਵਿਚਾਰਧਾਰਾ ਪਾਸਿਓਂ ਵੀ ਜਾਂ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਜਾਂ ਵਧਾ ਕੇ ਪੁੱਠੀਆਂ ਗੱਲਾਂ ਕੀਤੀਆਂ ਗਈਆਂ ਨੇ। ਆਰੀਆਵਾਂ ਤੋਂ ਲੈ ਕੇ ਅੰਗਰੇਜ਼ਾਂ ਤੀਕਰ ਹਰ ਕਿਸੇ ਨੇ ਮਜ਼ਹਬ ਦੀ ਥਾਂ ਆਪਣਾ ਮੁਆਸ਼ੀ ਭਾਵ ਆਰਥਿਕ ਤੇ ਸਿਆਸੀ ਮੁਫਾਦ ਮੂਹਰੇ ਰੱਖਿਆ। ਬਾਬਰ ਬਾਣੀ ਵਿੱਚ ਬਾਬਾ ਗੁਰੂ ਨਾਨਕ ਹੋਰਾਂ ਸੱਚੀ ਗੱਲ ਦੱਸਦਿਆਂ ਕਿਹਾ ਸੀ ਕਿ ਬਾਬਰ ਨੇ ਹਿੰਦੂ ਮੁਸਲਮਾਨ ਨਖੇੜਾ ਕੀਤੇ ਬਿਨਾਂ ਸਭ ਨੂੰ ਕੋਇਆ, ਸਭ ਦੇ ਇਬਾਦਤਖਾਨੇ ਢਾਏ ਤੇ ਸਭ ਦੀਆਂ ਔਰਤਾਂ ਨਾਲ ਇੱਕੋ ਜਿਹਾ ਜ਼ੁਲਮ ਕੀਤਾ। ਇਸ ਲਈ ਧਾਰਮਿਕ ਨਖੇੜ ਨੂੰ ਮੁੱਢ ਬਣਾ ਕੇ ਲਿਖੇ ਇਤਿਹਾਸ ਵਿੱਚ ਸਾਹ ਸੱਤ ਹੈ ਨਹੀਂ। ਮਿਸਾਲ ਦੇ ਤੌਰ ਤੇ ਮੁਹੰਮਦ ਬਿਨ ਦੇ ਸਿੰਧ ਦੇ ਹਮਲੇ ਨੂੰ ਮੁਸਲਮਾਨਾਂ ਦੀ ਧਾਰਮਿਕ ਜੰਗ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ। ਹਕੀਕਤ ਇੰਝ ਏ ਕਿ ਇਹ ਫੈਲ ਰਹੇ ਅਰਬ ਬਸਤੀਵਾਦ ਦੇ ਆਰਥਿਕ ਲਾਭ ਦਾ ਵਿਖਾਲਾ ਸੀ। ਪਹਿਲੀ ਗੱਲ ਤਾਂ ਇਹ ਕਿ ਮੁਹੰਮਦ ਬਿਨ ਕਾਸਿਮ ਦੀ ਫਤਿਹ ਕਰਨ ਵਾਲੀ ਫੌਜ ਵਿੱਚ ਸਿੰਧ ਦੇ ਹਿੰਦੂ ਤੇ ਬੁੱਧ ਕਬੀਲੇ ਵੀ ਰਲੇ ਸਨ। ਦੂਜਾ ਇਹ ਕਿ ਜਦੋਂ ਮੁਹੰਮਦ ਬਿਨ ਕਾਸਿਮ ਨੇ ਸਿੰਧ ਫਤਿਹ ਕਰ ਲਿਆ, ਉਹਦੀ ਹਕੂਮਤ ਵਿੱਚ ਸਾਰੇ ਹਿੰਦੂ ਸਨ। ਉਹਦੇ ਥੱਲੇ ਸਭ ਤੋਂ ਜ਼ੋਰਾਵਰ ਤੇ ਹਰ ਕੰਮ ਦਾ ਇੰਚਾਰਜ ਕਾਸਕਾ ਨਾਂ ਦਾ ਇੱਕ ਹਿੰਦੂ ਸੀ। ਤੀਜਾ, ਮੁਹੰਮਦ ਬਿਨ ਕਾਸਿਮ ਨੇ ਮੁਲਤਾਨ ਦਾ ਵੱਡਾ ਬੁੱਤ ਇਸੇ ਲਈ ਨਹੀਂ ਸੀ ਤੋੜਿਆ ਕਿ ਉਸ ਤੇ ਇੰਨੇ ਚੜਾਵੇ ਚੜ੍ਹਦੇ ਸਨ ਕਿ ਉੱਥੋਂ ਦੀ ਹਕੂਮਤ ਦੇ ਖਰਚ ਦਾ ਤੀਜਾ ਹਿੱਸਾ ਉੱਥੋਂ ਆਉਂਦਾ ਸੀ। ਪਰ ਅੰਗਰੇਜ਼ਾਂ ਨੇ ਇੱਥੇ ਆ ਕੇ ਹਿੰਦੂਆਂ ਨੂੰ ਨਾਲ ਰਲਾਉਣ ਲਈ ਇਸ ਨੂੰ ਧਾਰਮਿਕ ਲੜਾਈ ਦੇ ਤੌਰ ਤੇ ਪੇਸ਼ ਕੀਤਾ। ਤੇ ਫਿਰ ਹਿੰਦੂ ਕੌਮ ਪ੍ਰਸਤਾਂ ਤੇ ਮੁਸਲਮਾਨ ਜਿਹਾਦੀਆਂ ਨੂੰ ਵੀ ਮੁਹੰਮਦ ਬਿਨ ਕਾਸਿਮ ਦੀ ਫਤਿਹ ਨੂੰ ਧਾਰਮਿਕ ਰੰਗ ਦੇਣਾ ਬਹੁਤਾ ਵਾਰਾ ਖਾਂਦਾ ਸੀ। ਇਸੇ ਤਰ੍ਹਾਂ ਮਹਿਮੂਦ ਗਜ਼ਨਵੀ ਦਾ ਹਮਲਾ ਹੈ। ਉਸ ਦੀ ਵੀ ਹਕੀਕਤ ਇਹ ਵੇ ਕਿ ਕਾਬੁਲ ਦੀ ਹਿੰਦੂ ਸ਼ਾਹੀ ਨੇ ਪਹਿਲਾਂ ਮਹਿਮੂਦ ਦੇ ਪਿਓ ਸੁਬਕਤਗਿਨ ਦੇ ਵੇਲੇ ਵਿੱਚ ਗਜ਼ਨੀ ਤੇ ਹਮਲਾ ਕੀਤਾ ਤੇ ਉਸ ਵਿੱਚ ਬਹੁਤ ਸਾਰਾ ਇਲਾਕਾ ਆਪਣੇ ਹੱਥੋਂ ਗਵਾਇਆ ਸੀ। ਫਿਰ ਮਹਿਮੂਦ ਨੇ ਹਮਲੇ ਕੀਤੇ ਕਿਉਂਕਿ ਇਹ ਬਾਦਸ਼ਾਹੀਆਂ ਦੀ ਜੰਗ ਸੀ। ਜੇ ਮਹਿਮੂਦ ਮਾੜਾ ਹੁੰਦਾ ਤਾਂ ਉਹਨੂੰ ਹਿੰਦੂ ਸ਼ਾਹੀ ਨੇ ਫਤਿਹ ਕਰ ਲੈਣਾ ਸੀ। ਇਸ ਲਈ ਇਹ ਆਪਣਾ ਬਚਾਅ ਕਰਨ ਦੀ ਜੰਗ ਸੀ। ਫਿਰ ਫਤਿਹ ਤੋਂ ਮਗਰੋਂ ਜੈਪਾਲ ਦੇ ਪੁੱਤਰ ਆਨੰਦਪਾਲ ਤੇ ਉਹਦੇ ਪੋਤਰੇ ਤ੍ਰਿਲੋਚਨਪਾਲ ਨੇ ਪੰਜਾਬ ਵਿੱਚ ਆਪਣਾ ਰਾਜ ਜਾਰੀ ਰੱਖਿਆ। ਮਹਿਮੂਦ ਨੂੰ ਪਹਿਲੇ ਇੱਕ ਦੋ ਹਮਲਿਆਂ ਵਿੱਚ ਪਤਾ ਲੱਗ ਗਿਆ ਸੀ ਕਿ ਸਭ ਤੋਂ ਬਹੁਤਾ ਮਾਲ ਮੰਦਰਾਂ ਵਿੱਚ ਹੁੰਦਾ ਹੈ। ਇਸ ਲਈ ਉਹ ਮੰਦਰਾਂ ਦਾ ਮਾਲ ਲੁੱਟਣ ਲਈ ਦੂਰ ਦੂਰ ਤਾਈਂ ਹਮਲਾ ਕਰਦਾ ਸੀ। ਉਹ ਲੁੱਟ ਕੇ ਵਾਪਸ ਗਜ਼ਨੀ ਚਲਾ ਜਾਂਦਾ ਸੀ ਤੇ ਸਿਵਾਏ ਪੰਜਾਬ ਦੇ ਹੋਰ ਫਤਿਹ ਕੀਤੇ ਇਲਾਕਿਆਂ ਵਿੱਚ ਕੋਈ ਹਕੂਮਤ ਕਾਇਮ ਕਰਨ ਜਾਂ ਲੋਕਾਂ ਨੂੰ ਮੁਸਲਮਾਨ ਬਣਾਉਣ ਦਾ ਭੋਰਾ ਵੀ ਯਤਨ ਨਹੀਂ ਸੀ ਕਰਦਾ। ਮਹਿਮੂਦ ਦੇ ਪੁੱਤਰ ਮਸਊਦ ਨੇ ਰਾਜ ਸੰਭਾਲ ਕੇ ਲਾਹੌਰ ਵਿੱਚ ਅਹਿਮਦ ਨਿਆਲਤੀਗੀਨ ਨੂੰ ਗਵਰਨਰ ਬਣਾਇਆ। ਫਿਰ ਕਿਸੇ ਬੇਈਮਾਨੀ ਦੀ ਵਜ੍ਹਾ ਤੋਂ ਗਵਰਨਰ ਅਹਿਮਦ ਨੂੰ ਸਜ਼ਾ ਦੇਣ ਲਈ ਮਸਊਦ ਨੇ ਆਪਣੇ ਇੱਕ ਹਿੰਦੂ ਜਰਨੈਲ ਤਿਲਕ ਨੂੰ ਲਾਹੌਰ ਘੱਲਿਆ। ਇਤਿਹਾਸ ਦੇ ਮੁਤਾਬਕ ਜਦੋਂ ਤਿਲਕ ਲਾਹੌਰ ਪਹੁੰਚਿਆ ਤਾਂ ਉਸਨੇ ਅਹਿਮਦ ਦੇ ਬਹੁਤ ਸਾਰੇ ਮੁਸਲਮਾਨ ਦੋਸਤ ਕੈਦੀ ਬਣਾ ਲਏ ਤੇ ਉਹਨਾਂ ਦੇ ਸੱਜੇ ਹੱਥ ਕੱਪ ਭਾਵ ਕੱਟ ਦਿੱਤੇ। ਇਸ ਸਜ਼ਾ ਤੇ ਤਾਕਤ ਨੂੰ ਦੇਖ ਕੇ ਅਹਿਮਦ ਦੇ ਨਾਲ ਦੇ ਇੰਨੇ ਡਰ ਗਏ ਕਿ ਉਹਨਾਂ ਮੁਆਫੀ ਮੰਗ ਲਈ ਤੇ ਅਹਿਮਦ ਦਾ ਸਾਥ ਛੱਡ ਦਿੱਤਾ। ਤਿਲਕ ਨੇ ਫੌਜ ਲੈ ਕੇ ਅਹਿਮਦ ਦਾ ਪਿੱਛਾ ਕੀਤਾ। ਉਹ ਮਾਰਿਆ ਗਿਆ ਤੇ ਉਹਦਾ ਸਿਰ ਲਾਹ ਕੇ ਗਜ਼ਨੀ ਘੱਲ ਦਿੱਤਾ ਗਿਆ। ਤਿਲਕ ਦੀ ਫੌਜ ਵਿੱਚ ਬਹੁਤੇ ਹਿੰਦੂ ਸਨ। ਇਸ ਪੂਰੀ ਕਹਾਣੀ ਨੂੰ ਵੇਖਣ ਤੇ ਪਤਾ ਲੱਗਦਾ ਹੈ ਕਿ ਹਰ ਬਾਦਸ਼ਾਹੀ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੇ ਹਾਕਮ ਤਬਕੇ ਇਕੱਠੇ ਸਨ। ਜੇਕਰ ਇਹ ਨਾ ਹੁੰਦਾ ਤਾਂ ਮੁਸਲਮਾਨਾਂ ਦੇ ਵਾਰੇ ਭਾਵ ਪੀਰੀਅਡ ਵਿੱਚ ਹਿੰਦੂ ਹਾਕਮ ਤਬਕੇ ਧੜਾ-ਧੜ ਮੁਸਲਮਾਨ ਹੁੰਦੇ। ਪਰ ਹਕੀਕਤ ਇਹ ਵੇ ਕਿ ਲਾਹੌਰ ਸਮੇਤ ਪੰਜਾਬ ਦੇ ਸ਼ਹਿਰਾਂ ਵਿੱਚ ਦਰਮਿਆਨੇ ਤੇ ਉਤਲੇ ਤਬਕੇ ਵਿੱਚ ਕੋਈ ਧਾਰਮਿਕ ਬਦਲੀ ਨਹੀਂ ਹੋਈ। ਹਿੰਦੂ ਗਿਣਤੀ ਵਿੱਚ ਵੱਧ ਨਾ ਹੁੰਦਿਆਂ ਜਦਕਿ ਖੱਤਰੀ 32,970 ਤੇ ਬ੍ਰਾਹਮਣ 20,813 ਹੀ ਸਨ, ਇਉਂ ਗਿਣਤੀ ਵਿੱਚ ਵੱਧ ਨਾ ਵੀ ਹੁੰਦਿਆਂ ਸਾਰੇ ਆਰਥਿਕ, ਸਮਾਜੀ ਤੇ ਇੰਤਜ਼ਾਮੀ ਸ਼ੋਬਿਆਂ ਤੇ ਮੁਕੰਮਲ ਗਾਲਿਬ ਸਨ। ਅੰਗਰੇਜ਼ਾਂ ਦੀ 1881 ਦੀ ਮਰਦਮਸ਼ੁਮਾਰੀ ਮੁਤਾਬਕ ਜੱਟਾਂ ਵਿੱਚ ਤਾਂ 50% ਤੋਂ ਜ਼ਿਆਦਾ ਤੇ ਮੁਸਲਮਾਨ ਹੋਏ ਹੀ ਨਹੀਂ ਸਨ। ਇਸ ਮਰਦਮਸ਼ੁਮਾਰੀ ਮੁਤਾਬਕ ਲਾਹੌਰ ਜ਼ਿਲ੍ਹੇ ਵਿੱਚ ਕੋਈ 40% ਤਾਂ ਸਿੱਧੇ ਕੰਮੀ ਜਾਂ ਦਸਤਕਾਰ ਸਨ, ਜਿਨ੍ਹਾਂ ਵਿੱਚ ਸਭ ਤੋਂ ਵੱਧ 99,025 ਚੂੜੇ ਸਨ, ਜੁਲਾਹੇ 35,742, ਘੁਮਿਆਰ 31,524, ਤਰਖਾਣ 31,009, ਮਾਛੀ 27,747, ਤੇਲੀ 23,066, ਝੀਰ 20,941, ਮੋਚੀ 18,527, ਧੋਬੀ 15,596, ਲੋਹਾਰ 13,767,
ਮਰਾਸੀ 11,742 ਤੇ 8,317 ਸੁਨਿਆਰੇ ਸਨ। ਅਰਾਈ 10% ਸਨ, ਜਿਨ੍ਹਾਂ ਵਿੱਚੋਂ ਬਹੁਤੇ ਮਾੜੇ ਜਾਂ ਅਖੌਤੀ ਛੋਟੇ ਕੰਮ ਕਰਦੇ ਸਨ, ਜਿਵੇਂ ਸਬਜ਼ੀ ਵੇਚਣਾ। ਜੇਕਰ ਦੂਜੀਆਂ ਜ਼ਾਤਾਂ ਦੇ ਵੀ ਮਾੜੇ ਲੋਕਾਂ ਨੂੰ ਗਿਣ ਲਿਆ ਜਾਵੇ ਤਾਂ ਧਰਮ ਨੂੰ ਇੱਕ ਪਾਸੇ ਰੱਖ ਕੇ ਕਿਹਾ ਜਾ ਸਕਦਾ ਹੈ ਕਿ ਬਹੁਤੀ ਆਬਾਦੀ ਚੋਖੀ ਗਰੀਬ ਸੀ, ਜਿਸ ਦਾ ਵੱਡਾ ਹਿੱਸਾ ਮੁਸਲਮਾਨ ਸੀ। ਇਹ ਵੀ ਬੜੀ ਅਜੀਬ ਗੱਲ ਕਿ 1881 ਤੇ 1941 ਵਿੱਚ ਅੰਗਰੇਜ਼ਾਂ ਦੇ ਯੁੱਗ ਵਿੱਚ ਸਭ ਤੋਂ ਵੱਧ ਧਰਮ ਬਦਲੀ ਹੋਈ, ਜਿਹਦੇ ਵਿੱਚ ਬਹੁਤ ਲੋਕ ਮੁਸਲਮਾਨ ਜਾਂ ਸਿੱਖ ਹੋ ਗਏ, ਤੇ ਹਿੰਦੂਆਂ ਦੀ ਗਿਣਤੀ 60 ਸਾਲਾਂ ਵਿੱਚ 43% ਤੋਂ ਘਟ ਕੇ 29% ਰਹਿ ਗਈ। ਇਹ ਅੰਕੜੇ ਸਿਰਫ ਇਹ ਦੱਸਣ ਲਈ ਦਿੱਤੇ ਜਾ ਰਹੇ ਨੇ ਕਿ ਸਾਰੇ ਮੁਸਲਮਾਨ ਵਾਰੇ ਵਿੱਚ ਧਰਮ ਬਦਲੀ ਬਹੁਤ ਘੱਟ ਸਾਲਾਨਾ ਦਰ ਨਾਲ ਹੋਈ। 700 ਸਾਲਾਂ ਵਿੱਚ 48% ਮੁਸਲਮਾਨ ਹੋਏ, ਤੇ ਜੋ ਹੋਏ ਉਹ ਵੀ ਕਮੀ ਜ਼ਾਤਾਂ ਤੇ ਥੱਲੜੀ ਪੱਧਰ ਦੇ ਵਾਹੀ ਕਰਨ ਵਾਲੇ। ਸਾਰੇ ਮੁੱਢਲੇ ਸ਼ੋਬੇ ਜਾਂ ਖੇਤਰ ਸਦਾ ਹਿੰਦੂਆਂ ਦੇ ਹੱਥ ਰਹੇ। ਮੁਸਲਮਾਨ ਹਾਕਮ ਉਹਨਾਂ ਦੇ ਜ਼ਰੀਏ ਹੁਕੂਮਤ ਕਰਦੇ ਸਨ ਤੇ ਆਮ ਮੁਸਲਮਾਨ ਨਾਲ ਉਹ ਵਰਤਾਰਾ ਕਰਦੇ ਸਨ ਜਿਹੜਾ ਹਿੰਦੂ ਬ੍ਰਾਹਮਣ ਜਾਂ ਕਸ਼ਤਰੀ ਸ਼ੂਦਰਾਂ ਨਾਲ ਕਰਦੇ ਸਨ। ਇਸੇ ਦੇ ਪਿਛੋਕੜ ਵਿੱਚ ਬੁੱਲੇ ਸ਼ਾਹ ਹੋਰਾਂ ਕਿਹਾ ਸੀ, ਕਿਤੇ ਰਾਮਦਾਸ ਕਿਤੇ ਫਤਿਹ ਮੁਹੰਮਦ ਇਹੋ ਕਦੀਮੀ ਸ਼ੋਰ, ਨਿਪਟ ਗਿਆ ਦੋਹਾਂ ਦਾ ਝਗੜਾ ਨਿਕਲ ਪਿਆ ਕੋਈ ਹੋਰ। 7 ਇਸ ਕਿਤਾਬ ਵਿੱਚ ਅੱਗੇ ਜਾ ਕੇ ਅਸੀਂ ਈਸਾ ਪੂਰਵ ਤੇ ਅਜੋਕੀ ਪੰਜਾਬੀ ਦੀ ਸ਼ਬਦਾਵਲੀ ਤੇ ਉਸਦੇ ਵਰਤਣ ਢੰਗ ਬਾਰੇ ਇੱਕ ਨਿੱਕੀ ਜਿਹੀ ਲਿਸਟ ਦਿੱਤੀ ਏ। ਇਸ ਲਈ ਇੱਕ ਵੱਡਾ ਇਨਸਾਈਕਲੋਪੀਡੀਆ ਜੋੜਨ ਦੀ ਜ਼ਰੂਰਤ ਏ। ਇਹ ਕੰਮ ਕੋਈ ਵੱਡਾ ਅਦਾਰਾ ਹੀ ਕਰ ਸਕਦਾ। ਅਸੀਂ ਸਿਰਫ ਮਿਸਾਲਾਂ ਦੇ ਕੇ ਉਸ ਪਾਸੇ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਏ। 8 ਇਸ ਕਿਤਾਬ ਵਿੱਚ ਹਵਾਲੇ ਤੇ ਸਬੂਤ ਦੇਣ ਵਿੱਚ ਇਹ ਖਿਆਲ ਰੱਖਿਆ ਗਿਆ ਹੈ ਕਿ ਜੇ ਕੋਈ ਕਿਤਾਬ ਅੰਗਰੇਜ਼ੀ ਦੇ ਨਾਲ ਉਰਦੂ ਜਾਂ ਪੰਜਾਬੀ ਵਿੱਚ ਵੀ ਹੋਵੇ ਤਾਂ ਉਸ ਨੂੰ ਪਹਿਲ ਦਿੱਤੀ ਜਾਵੇ, ਤਾਂ ਕਿ ਅੰਗਰੇਜ਼ੀ ਨਾ ਪੜ੍ਹਨ ਵਾਲੇ ਪਾਠਕ ਮੁੱਢਲੇ ਵਸੀਲੇ ਨੂੰ ਸੌਖੇ ਢੰਗ ਨਾਲ ਫਰੋਲ ਸਕਣ। 9 ਇਸ ਕਿਤਾਬ ਵਿੱਚ ਹੜੱਪੀ ਦਾ ਲਫ਼ਜ਼ ਉਸ ਸਾਰੇ ਵਸੇਬ ਦੇ ਲੋਕਾਂ ਲਈ ਵਰਤਿਆ ਗਿਆ ਜਿਸ ਨੂੰ ਸਿੰਧ ਵਾਦੀ ਦਾ ਵਸੇਬ ਕਿਹਾ ਜਾਂਦਾ ਸੀ। ਸਿੰਧ ਵਾਦੀ ਦੇ ਵਸੇਬ ਦਾ ਨਾਂ ਉਦੋਂ ਵਰਤਿਆ ਜਾਂਦਾ ਸੀ ਜਦੋਂ ਸਿਰਫ ਹੜੱਪਾ ਤੇ ਮੋਹਨਜਾਦੜੋ ਦੀ ਹੀ ਖੁਦਾਈ ਹੋਈ ਸੀ। ਹੁਣ ਹੜੱਪਾ ਤੇ ਮੋਹਨਜਾਦੜੋ ਦੇ ਨਾਲ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਗੁਜਰਾਤ ਵਿੱਚ ਵੀ ਕਈ ਸ਼ਹਿਰਾਂ ਦੀ ਖੁਦਾਈ ਹੋਈ ਏ। ਇਸ ਲਈ ਇਸ ਨੂੰ ਕੇਵਲ ਸਿੰਧ ਵਾਦੀ ਦਾ ਵਸੇਬ ਨਹੀਂ ਕਿਹਾ ਜਾ ਸਕਦਾ। ਹੁਣ ਇਸ ਨੂੰ ਹੜੱਪਾ ਵਸੇਬ ਸਿਰਫ ਇਸ ਲਈ ਕਿਹਾ ਜਾਂਦਾ ਏ ਕਿ ਸਭ ਤੋਂ ਪਹਿਲਾਂ ਉੱਥੇ ਖੁਦਾਈ ਹੋਈ ਸੀ। ਇਸ ਲਈ ਅਸੀਂ ਵੀ ਸਿਰਫ ਇਸ ਲਈ ਉਸ ਨੂੰ ਹੜੱਪਾ ਵਸੇਬ ਤੇ ਉੱਥੋਂ ਦੇ ਲੋਕਾਂ ਨੂੰ ਹੜੱਪੀ ਕਹਿ ਰਹੇ ਹਾਂ। ਉੱਥੇ ਹੜੱਪੀ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਅਸੀਂ ਸਾਹੀਵਾਲ, ਲਹਿੰਦੇ ਪੰਜਾਬ ਦੇ ਇੱਕ ਸ਼ਹਿਰ ਦੇ ਲਾਗੇ ਦੇ ਹੜੱਪਾ ਸ਼ਹਿਰ ਦੇ ਲੋਕਾਂ ਬਾਰੇ ਗੱਲ ਕਰ ਰਹੇ ਹਾਂ। ਸਭ ਤੋਂ ਪਹਿਲਾਂ ਜੇ ਅਸੀਂ 11ਵੀਂ ਤੇ 18ਵੀਂ ਸਦੀ ਵਿਚਕਾਰ ਦੀਆਂ ਲਿਖਤਾਂ ਨੂੰ ਵੇਖੀਏ ਤੇ ਸਾਨੂੰ ਕਿਤੇ-ਕਿਤੇ ਪੁਰਾਣੇ ਪੰਜਾਬ ਦੇ ਖੁਰੇ ਦਿਸ ਪੈਂਦੇ ਨੇ। ਇਹ ਸਾਨੂੰ ਪਤਾ ਹੈ ਕਿ ਪੁਰਾਣੇ ਵੇਲਿਆਂ ਦਾ ਪੰਜਾਬ ਕਬਾਇਲੀ ਸੀ ਤੇ ਉਸ ਦੇ ਸ਼ੁਰੂ ਵਿੱਚ ਸਾਂਝ ਦਾ ਨਿਜ਼ਾਮ ਸੀ ਤੇ ਫੈਸਲੇ ਜਮਹੂਰੀ ਢੰਗ ਨਾਲ ਹੁੰਦੇ ਸਨ। ਖਾਨਦਾਨੀ ਸ਼ਾਹੀਆਂ ਜਾਂ ਰਾਜ ਅਜੇ ਸ਼ੁਰੂ ਨਹੀਂ ਸਨ ਹੋਈਆਂ। ਪਰ ਜੇ ਗੌਰ ਨਾਲ ਵੇਖੋ ਤੇ ਇਸ ਨਾਂ ਦੇ ਜਮਹੂਰੀ ਸਮਾਜ ਵਿੱਚ ਹੜੱਪਾ ਦੇ ਪੁਰਾਣੇ ਵਸਨੀਕਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਸੀ, ਕਿਉਂਕਿ ਉਹ ਗੁਲਾਮ ਹੋ ਚੁੱਕੇ ਸਨ। ਇਸ ਲਈ ਅਸੀਂ ਤਬਕਿਆਂ ਜਾਂ ਜਮਾਤਾਂ ਦੇ ਨਾਲ ਰੰਗ ਦੀ ਪੱਧਰ ਤੇ ਹੋਈ ਵੰਡ, ਭਾਵ ਆਰੀਆ ਤੇ ਮੁਕਾਮੀ ਲੋਕਾਂ ਦਾ ਨਿਖੇੜ ਨੂੰ ਹਰ ਮੰਜ਼ਲ ਤੇ ਪਹਿਲ ਦੇਵਾਂਗੇ। ਇਹ ਸੀ ਡਾਕਟਰ ਮਨਜ਼ੂਰ ਏਜਾਜ਼ ਦੀ ਕਿਤਾਬ ਪੰਜਾਬ ਦਾ ਲੋਕ ਇਤਿਹਾਸ ਦਾ ਅਧਿਆਇ ਪਹਿਲਾ। ਇਸ ਚੈਨਲ ਤੇ ਤੁਸੀਂ ਸੁਣਦੇ ਹੋ ਚੁਣਿੰਦਾ ਕਹਾਣੀਆਂ, ਲੇਖ, ਕਵਿਤਾਵਾਂ ਤੇ ਕਿਤਾਬਾਂ। ਤੁਸੀਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਵੱਧ ਤੋਂ ਵੱਧ ਸ਼ੇਅਰ ਕਰਨਾ। ਚੈਨਲ ਨੂੰ ਸਪੋਰਟ ਕਰਨ ਲਈ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ। ਪੰਜਾਬ ਦਾ ਲੋਕ ਇਤਿਹਾਸ ਦਾ ਅਧਿਆਇ ਦੂਜਾ ਸੁਣਨ ਵਾਸਤੇ ਚੱਲਦੇ ਹਾਂ ਅਗਲੇ ਵੀਡੀਓ ਵੱਲ।